बिल्कुल ਅਸੀਂ 20ਵੇਂ ਭਾਵ ਦੇ ਵਿੱਚ ਇਸ ਵੇਲੇ ਥੋੜੀਆਂ ਜਿਹੀਆਂ ਆਇਤਾਂ ਪੜਾਂਗੇ ਜਿਹੜੀਆਂ ਅਸੀਂ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਕੱਲ ਨੂੰ ਆਪਾਂ ਇਸ ਦੇ ਬਾਰੇ ਦੇਖਾਂਗੇ। ਔਰ ਉਹ ਸੀ ਕਿ ਜਿਸ ਵੇਲੇ ਲੋਕਾਂ ਨੇ ਮਰੀਮ ਦੀ ਮੌਤ ਦੇ ਬਾਅਦ ਲੋਕਾਂ ਨੇ ਬੜਬੜਾਉਣਾ ਸ਼ੁਰੂ ਕਰ ਦਿੱਤਾ, ਵਿਚਾਰੇ ਹਜੇ ਦਫਨਾ ਕੇ ਉਸ ਨੂੰ ਮੁੜੇ ਹੀ ਸੀਗੇ ਔਰ ਲੋਕਾਂ ਨੇ ਬੜਬੜਾਉਣਾ ਸ਼ੁਰੂ ਕਰ ਦਿੱਤਾ ਔਰ ਜਿਸ ਦੇ ਨਾਲ ਇੱਕ ਵੈਰੀ ਨੂੰ ਮੌਕਾ ਮਿਲ ਗਿਆ ਕਿ ਉਹ ਮੂਸਾ ਦੀ ਜ਼ਿੰਦਗੀ ਦੇ ਵਿੱਚ ਇੱਕ ਖਲਬਲੀ ਮਚਾ ਸਕੇ। ਔਰ ਇਹ ਵਚਨ ਦੇ ਹਿੱਸੇ ਦੇ ਵਿੱਚ ਅਸੀਂ ਦੇਖਾਂਗੇ ਕਿ ਮੂਸਾ ਦੇ ਹੱਥੋਂ ਕਿਹੜਾ ਪਾਪ ਹੋਇਆ ਸੀ, ਕਿਉਂ ਉਸ ਪਾਪ ਦੀ ਉਸ ਨੂੰ ਉਹ ਸਜ਼ਾ ਕਿਉਂ ਮਿਲੀ ਤੇ ਉਸ ਸਜ਼ਾ ਤੋਂ ਉਸ ਨੂੰ ਛੁਟਕਾਰਾ ਕਦੋਂ ਮਿਲਿਆ। ਸੋ ਅਸੀਂ ਜਿਹੜੇ ਪ੍ਰਭੂ ਨੇ ਜਿਨ੍ਹਾਂ ਨੂੰ ਮੌਕਾ ਦਿੰਦਾ ਆਪਣਾ ਪ੍ਰਚਾਰ ਕਰਨ ਦੇ ਲਈ ਉਹਨਾਂ ਦੇ ਲਈ ਇੱਥੇ ਤੁਸੀਂ 3 ਚੀਜ਼ਾਂ ਲਿਖ ਸਕਦੇ ਆ। ਇਹ 20ਵਾਂ ਭਾਵ ਇਸ ਦੀ 2 ਆਇਤ ਤੋਂ ਲੈ ਕੇ 13 ਆਇਤ ਤੱਕ। ਇਸ ਦੇ ਨਾਲ ਲਿਖ ਲਓ 1 ਕੋਰਿੰਥੀਅਨ ਪਹਿਲਾ ਕੋਰਿੰਥਸ ਉਸ ਦਾ 10ਵਾਂ ਭਾਵ ਔਰ ਉਸ ਦੀਆਂ ਪਹਿਲੀਆਂ 10 ਆਇਤਾਂ। ਔਰ ਇਸੇ ਤਰ੍ਹਾਂ ਮਰਕਸ ਦਾ 9ਵਾਂ ਭਾਵ, ਮਰਕਸ ਦੀ ਅੰਜੀਲ ਦਾ 9ਵਾਂ ਭਾਵ। ਔਰ ਉਹ ਆਇਤਾਂ ਮੈਂ ਤੁਹਾਨੂੰ ਉੱਥੇ ਲਾਗੇ ਜਾ ਕੇ ਦੱਸ ਦਿੰਦਾ। ਮਰਕਸ ਦੇ ਅੰਜੀਲ ਦਾ 9ਵਾਂ ਭਾਵ ਲਿਖ ਲਓ। ਸੋ ਇੱਥੇ ਹੁਣ ਜੋ ਅਸੀਂ ਕੱਲ ਪੜ੍ਹਿਆ ਸੀਗਾ ਤੇ ਪ੍ਰਭੂ ਨੇ ਉਸਨੂੰ ਕਿਹਾ ਕਿ ਜਾ ਕੇ ਚਟਾਨ ਨੂੰ ਬੋਲ, ਚਟਾਨ ਨੂੰ ਕਹਿ ਕੇ ਸਾਨੂੰ ਪਾਣੀ ਦੇ ਔਰ ਉਹ ਤੁਹਾਨੂੰ ਪਾਣੀ ਦੇਗੀ। ਪਰ ਮੂਸਾ ਨੇ ਜਾ ਕੇ ਉਸ ਚਟਾਨ ਦੇ 2 ਲਾਠੀਆਂ ਮਾਰੀਆਂ ਔਰ ਨਮਰਤਾ ਅਸੀਂ ਉੱਥੇ ਦੇਖਾਂਗੇ ਔਰ ਕਿਹਾ ਕਿ ਤੂੰ ਇਹਨਾਂ ਹੱਠੀ ਲੋਕਾਂ ਨੂੰ ਪਾਣੀ ਦੇ। ਪ੍ਰਭੂ ਨੇ ਪਿਆਸ ਦੇ ਨਾਲ ਲੋਕ ਨਹੀਂ ਮਾਰੇ, ਪ੍ਰਭੂ ਨੇ 2 ਲਾਠੀਆਂ ਝੱਲ ਲਈ। ਕੀ ਹੈ ਔਕਾਤ ਇਨਸਾਨ ਦੀ ਕਿ ਆਪਣੇ ਰਚਨਹਾਰੇ ਦੇ ਮਾਰੇ। ਔਰ ਪ੍ਰਭੂ ਨੇ ਫਿਰ ਵੀ ਉਸ ਕੌਮ ਨੂੰ ਪਾਣੀ ਦਿੱਤਾ, ਫਿਰ ਵੀ ਮੂਸਾ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ, ਫਿਰ ਵੀ ਹਾਰੂਨ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਪਰ ਇਹਨਾਂ ਕਿਹਾ ਕਿ ਹੁਣ ਤੂੰ ਪਹਿਲੇ ਨੇਮ ਦੇ ਅਨੁਸਾਰ ਉਸ ਵਾਅਦੇ ਦੀ ਧਰਤੀ ਤੇ ਨਹੀਂ ਜਾਏਗਾ। ਜਦੋਂ ਦੂਸਰਾ ਨੇਮ ਦਿੱਤਾ ਜਾ ਰਿਹਾ ਹੋਏਗਾ ਤੂੰ ਉਸ ਵੇਲੇ ਉਸ ਵਾਅਦੇ ਦੀ ਧਰਤੀ ਤੇ ਜਾਏਗਾ। ਤੂੰ ਵੀ ਇਸ ਉਜਾੜ ਦੇ ਵਿੱਚ ਖਤਮ ਹੋ ਜਾਏ, ਤੂੰ ਔਰ ਹਾਰੂਨ ਤੋਂ। ਸੋ ਅਸੀਂ ਗੱਲ ਇਹ ਦੇਖਿਆ ਸੀ। ਹੁਣ ਮੇਰੇ ਨਾਲ ਪਹਿਲਾ ਕੋਰਿੰਥਸ ਉਸ ਦਾ 10ਵਾਂ ਭਾਵ ਪੰਨਾ ਹੈਗਾ 306 ਔਰ ਉਸ ਦੀਆਂ ਅਸੀਂ ਪਹਿਲੀਆਂ 10 ਆਇਤਾਂ ਪੜਾਂਗੇ ਜਿਸ ਨੂੰ ਮੈਂ ਪੜ੍ਹਦੇ ਹਾਂ ਪਾਸਟਰ ਜੀ। ਧੰਨਵਾਦ। ਮੂਰਤੀ ਪੂਜਾ ਸੰਬੰਧੀ ਚੇਤਾਵਨੀ। ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ, ਸਾਡੇ ਸਭ ਪੁਰਖਿਆਂ ਨੇ ਬੱਦਲ ਦੀ ਛਾਂ ਹੇਠਾਂ ਹੁੰਦਿਆਂ ਹੋਇਆਂ ਲਾਲ ਸਾਗਰ ਨੂੰ ਸਹੀ ਸਲਾਮਤ ਪਾਰ ਕੀਤਾ ਸੀ। ਉਸ ਸਮੇਂ ਉਹਨਾਂ ਸਭ ਨੇ ਬੱਦਲ ਅਤੇ ਸਾਗਰ ਵਿੱਚ ਮੂਸਾ ਦੇ ਪੈਰੋਕਾਰ ਹੋਣ ਦੇ ਨਾਤੇ ਬਪਤਿਸਮਾ ਲਿਆ। ਸਭ ਨੇ ਪਰਮੇਸ਼ਰ ਦਾ ਦੈਵੀ ਢੰਗ ਨਾਲ ਦਿੱਤਾ ਭੋਜਨ ਖਾਧਾ ਅਤੇ ਸਭ ਨੇ ਪਰਮੇਸ਼ਰ ਦਾ ਦੈਵੀ ਢੰਗ ਨਾਲ ਦਿੱਤਾ ਪਾਣੀ ਪੀਤਾ। ਉਹ ਉਸ ਅਚਰਜ ਚਟਾਨ ਵਿੱਚੋਂ ਪੀਂਦੇ ਸਨ ਜੋ ਉਹਨਾਂ ਦੇ ਨਾਲ ਚੱਲਦੀ ਸੀ। ਉਹ ਚਟਾਨ ਮਸੀਹ ਆਪ ਸਨ। ਪਰ ਫਿਰ ਵੀ ਉਹਨਾਂ ਵਿੱਚੋਂ ਬਹੁਤਿਆਂ ਤੋਂ ਪਰਮੇਸ਼ਰ ਖੁਸ਼ ਨਹੀਂ ਸੀ। ਇਸੇ ਲਈ ਉਹ ਮਾਰੂਥਲ ਵਿੱਚ ਹੀ ਮੌਤ ਦੇ ਮੂੰਹ ਵਿੱਚ ਚਲੇ ਗਏ। ਇਹ ਸਭ ਗੱਲਾਂ ਸਾਡੇ ਲਈ ਉਦਾਹਰਨ ਹਨ ਕਿ ਅਸੀਂ ਸਾਵਧਾਨ ਰਹੀਏ ਅਤੇ ਉਹਨਾਂ ਦੀ ਤਰ੍ਹਾਂ ਬੁਰੀਆਂ ਗੱਲਾਂ ਦੇ ਇੱਛਾਵਾਨ ਨਾ ਹੋਈਏ। ਮੂਰਤੀ ਪੂਜਾ ਨਾ ਕਰੋ ਜਿਸ ਤਰ੍ਹਾਂ ਕਿ ਉਹਨਾਂ ਵਿੱਚ ਕੁਝ ਨੇ ਕੀਤੀ। ਇਸ ਬਾਰੇ ਧਰਮ ਗ੍ਰੰਥ ਦੱਸਦਾ ਹੈ ਕਿ ਉਹ ਖਾਣ ਪੀਣ ਦੇ ਲਈ ਬੈਠੇ ਅਤੇ ਨੱਚਣ ਦੇ ਲਈ ਉੱਠੇ। ਅਸੀਂ ਵਿਚਾਰ ਨਾ ਕਰੀਏ ਜਿਸ ਤਰ੍ਹਾਂ ਕਿ ਉਹਨਾਂ ਵਿੱਚੋਂ ਕੁਝ ਨੇ ਕੀਤਾ ਅਤੇ ਨਤੀਜੇ ਵੱਲੋਂ ਇੱਕ ਹੀ ਦਿਨ ਵਿੱਚ 23,000 ਮੌਤ ਦੇ ਮੂੰਹ ਵਿੱਚ ਚਲੇ ਗਏ। ਅਸੀਂ ਪ੍ਰਭੂ ਦੀ ਪ੍ਰੀਖਿਆ ਨਾ ਲਈਏ ਜਿਸ ਤਰ੍ਹਾਂ ਕਿ ਉਹਨਾਂ ਵਿੱਚੋਂ ਕੁਝ ਨੇ ਲਈ ਅਤੇ ਸੱਪਾਂ ਦੁਆਰਾ ਨਾਸ਼ ਹੋ ਗਏ। ਤੁਸੀਂ ਬੁੜਬੁੜਾਉਣਾ ਨਾ ਜਿਸ ਤਰ੍ਹਾਂ ਉਹਨਾਂ ਵਿੱਚੋਂ ਕੁਝ ਬੁੜਬੁੜਾਏ ਸਨ ਅਤੇ ਅੰਤ ਮੌਤ ਦੇ ਦੂਤ ਦੁਆਰਾ ਮਾਰ ਦਿੱਤੇ ਗਏ ਸਨ।
ਸੋ ਅੱਜ ਅਸੀਂ ਇਹਨਾਂ ਹਿੱਸਿਆਂ ਨੂੰ ਦੇਖਣਾ ਹੈ। ਸੋ ਨਵੇਂ ਨਿਯਮ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਤੋਂ ਮਨਾ ਕੀਤਾ ਗਿਆ, ਲੇਕਿਨ ਜਿਹੜੀ ਇਹਦੇ ਵਿੱਚ ਮੇਨ ਆਇਤ ਆ, ਇਹ ਇੰਨੀਆਂ 10 ਆਇਤਾਂ ਅਸੀਂ ਤਾਂ ਪੜ੍ਹੀਆਂ ਕਿ 10 ਆਇਤਾਂ ਦਾ ਸਾਨੂੰ ਸਮਾਂ ਵੀ ਪਤਾ ਲੱਗ ਜਾਏ ਕਿ ਅਸੀਂ ਉਸੇ ਸਮੇਂ ਦੇ ਵਿੱਚ ਹਾਂ, ਜਿਸ ਸਮੇਂ ਨੂੰ ਸਾਨੂੰ ਪਵਿੱਤਰ ਆਤਮਾ ਪਿੱਛੇ ਗਿਣਤੀ ਦੀਆਂ ਜਿਹੜੀਆਂ ਚੀਜ਼ਾਂ ਲਿਖੀਆਂ ਉਹ ਦਿਖਾਉਂਦਾ ਪਿਆ। ਉਹ ਸੰਤ ਪੌਲ ਦੇ ਰਾਹੀਂ ਉਹਨਾਂ ਨੂੰ ਦੁਆਰਾ ਸਾਨੂੰ ਦਿਖਾ ਰਿਹਾ। ਸੋ ਇੱਥੇ ਕੀ ਹੋ ਰਿਹਾ, ਉਹ ਕਹਿੰਦੇ ਕਿ ਉਹਨਾਂ ਨੇ ਮੂਰਤੀ ਪੂਜਾ ਕੀਤੀ ਔਰ ਉਹਨਾਂ ਨੇ ਉਸ ਦੀ ਸਜ਼ਾ ਭੁਗਤੀ, ਔਰ ਪ੍ਰਭੂ ਨੇ ਉਹਨਾਂ ਨੂੰ दैवी ਢੰਗ ਦੇ ਨਾਲ ਭੋਜਨ ਖਾਣ ਨੂੰ ਦਿੱਤਾ, ਔਰ ਉਹ ਚਟਾਨ ਦੇ ਵਿੱਚੋਂ ਉਹ ਅਤੇ ਸਭ ਪਰਮੇਸ਼ਰ ਦੇ दैवी ਢੰਗ ਦੇ ਨਾਲ ਦਿੱਤਾ ਪਾਣੀ ਪੀਤਾ। ਉਹ ਉਸ ਚਰਚ ਚਟਾਨ ਦੇ ਵਿੱਚੋਂ ਪੀਂਦੇ ਸਨ ਜੋ ਉਹਨਾਂ ਦੇ ਨਾਲ ਚੱਲਦੀ ਸੀ। ਸੋ ਜਿੱਦਾਂ ਉਹ ਤੁਰੇ ਜਾਂਦੇ ਸੀ, ਉਦਾਂ ਪ੍ਰਭੂ ਮਸੀਹ ਦਾ ਆਤਮਾ ਉਹਨਾਂ ਦੇ ਨਾਲ ਚੱਲਦਾ ਸੀ। ਔਰ ਉਸ ਦੇ ਵਿੱਚੋਂ ਜਿਸ ਵੇਲੇ ਵੀ ਉਹਨਾਂ ਨੂੰ ਪ੍ਰਭੂ ਕਿਤੇ ਲੈ ਕੇ ਜਾਂਦਾ ਸੀ ਤਾਂ ਉਹ ਚਟਾਨ, ਉਸ ਦੇ ਵਿੱਚੋਂ ਪਾਣੀ ਪੀਂਦੇ ਸੀ। ਉੱਥੋਂ ਪਾਣੀ ਦੇ ਫੁਹਾਰੇ ਨਿਕਲਦੇ ਸੀ, ਲੇਕਾਂ ਲੱਗ ਜਾਂਦੀਆਂ ਸੀ ਪਾਣੀ ਨੂੰ। ਫਿਰ ਜਾ ਕੇ ਕਿਤੇ ਜਿਹੜੇ ਇਹ 23-24 ਲੱਖ ਸੀਗੇ ਬੱਚਿਆਂ ਸਮੇਤ, ਪਲੱਸ ਡੰਗਰ, ਮਾਲ ਡੰਗਰ, ਸਾਰਾ ਕੁਛ, ਇਹ ਜਿਹੜੇ ਸੀਗੇ ਇਹਨਾਂ ਨੂੰ ਪਾਣੀ ਇਹਨਾਂ ਦੇ ਲਈ ਪੂਰਾ ਹੁੰਦਾ ਸੀ, ਔਰ ਪ੍ਰਭੂ ਇਹਨਾਂ ਦੀ ਜ਼ਰੂਰਤ ਤੋਂ ਕਿਤੇ ਜਾਂਦਾ ਸੀ। ਔਰ ਇੱਥੇ ਜਿਸ ਲਈ ਅਸੀਂ ਫਿਰ ਦੇਖਿਆ ਕਿ ਮੂਸਾ ਨੂੰ ਸਜ਼ਾ ਮਿਲੀ ਤੇ ਤੂੰ ਵਾਅਦੇ ਦੀ ਧਰਤੀ ਤੇ ਤੂੰ ਨਹੀਂ ਜਾਏ, ਪਰ ਪ੍ਰਭੂ ਜਿਸ ਲਈ ਮੂਸਾ ਨੇ ਵਾਅਦਾ ਕੀਤਾ ਸੀ ਉਹਨਾਂ ਨੂੰ, ਤੁਹਾਨੂੰ ਮੇਰੇ ਵਰਗਾ ਇੱਕ ਹੋਰ ਨਬੀ ਦਏਗਾ, ਤੁਸੀਂ ਉਸ ਦੀ ਗੱਲ ਨੂੰ ਵੀ ਸੁਣਨਾ। ਜੋ ਉਸ ਦੀ ਗੱਲ ਨੂੰ ਨਹੀਂ ਸੁਣਦਾ ਉਸ ਦੀ ਮੌਤ ਦੇ ਵੱਲ ਨੂੰ। ਸੋ ਹੁਣ ਜਿਸ ਲਈ ਅਸੀਂ 9ਵੇਂ ਪਾਪ ਦੇ ਵਿੱਚ ਆਏ ਹਾਂ, ਤਾਂ ਅਸੀਂ ਉਸ ਦੀ ਦੂਸਰੀ ਆਇਤ ਤੋਂ ਦੇਖਾਂਗੇ। ਦੂਜੀ ਆਇਤ ਤੋਂ ਲੈ ਕੇ ਮਰਕਸ ਦਾ ਦੂਸਰਾ ਪਾਪ, 9ਵਾਂ ਪਾਪ, ਮਾਫ ਕਰਨਾ, ਮਰਕਸ ਦਾ 9ਵਾਂ ਪਾਪ, ਉਸ ਦੀ ਦੂਸਰੀ ਆਇਤ ਤੋਂ ਲੈ ਕੇ, ਔਰ ਅਸੀਂ ਉਸ ਦੀ ਦੂਸਰੀ ਆਇਤ ਤੋਂ ਲੈ ਕੇ ਉਸ ਦੀ 8 ਆਇਤ ਤੱਕ। ਛੇਆਂ ਦਿਨਾਂ ਪਿੱਛੋਂ ਆਪਣੇ ਨਾਲ ਪਤਰਸ ਅਤੇ ਯਹੋਨਾ ਨੂੰ ਲੈ ਕੇ ਇੱਕ ਉੱਚੇ ਪਹਾੜ ਉੱਤੇ ਚਲੇ ਗਏ। ਉੱਥੇ ਉਹ ਇਕੱਲੇ ਸਨ। ਉਹਨਾਂ ਤਿੰਨਾਂ ਦੇ ਸਾਹਮਣੇ ਯਿਸੂ ਦਾ ਰੂਪ ਬਦਲ ਗਿਆ। ਉਸਦੇ ਕੱਪੜੇ ਬਹੁਤ ਹੀ ਚਮਕੀਲੇ ਅਤੇ ਚਿੱਟੇ ਹੋ ਗਏ। ਕੋਈ ਵੀ ਇਸ ਜ਼ਮੀਨ ਉੱਤੇ ਇਹੋ ਜਿਹੇ ਕੱਪੜੇ ਸਾਫ਼ ਨਹੀਂ ਕਰ ਸਕਦਾ ਸੀ। ਫਿਰ ਉਹਨਾਂ ਤਿੰਨਾਂ ਚੇਲਿਆਂ ਨੇ ਏਲੀਆ ਅਤੇ ਮੂਸਾ ਨੂੰ ਉੱਥੇ ਦੇਖਿਆ ਜੋ ਯਿਸੂ ਨਾਲ ਗੱਲਾਂ ਕਰ ਰਹੇ ਸਨ। ਉਸ ਉੱਤੇ ਪਤਰਸ ਨੇ ਯਿਸੂ ਨੂੰ ਕਿਹਾ, ਗੁਰੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ, ਕਿ ਅਸੀਂ 3 ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਪਰ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ, ਕਿਉਂਕਿ ਉਹ ਤਿੰਨੇ ਬਹੁਤ ਡਰੇ ਹੋਏ ਸਨ। ਐਨੇ ਵਿੱਚ ਇੱਕ ਬੱਦਲ ਆਇਆ ਅਤੇ ਉਹਨਾਂ ਉੱਤੇ ਛਾ ਗਿਆ, ਜਿਸ ਵਿੱਚੋਂ ਇਹ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ। ਫਿਰ ਉਹਨਾਂ ਚਾਰੇ ਪਾਸੇ ਦੇਖਿਆ, ਪਰ ਯਿਸੂ ਤੋਂ ਸਿਵਾਏ ਆਪਣੇ ਕੋਲ ਕਿਸੇ ਨੂੰ ਨਾ ਦੇਖਿਆ। ਸੋ ਪ੍ਰਭੂ ਯਿਸੂ ਮਸੀਹ ਦੀ ਜਿਸ ਲਈ ਉਹਨਾਂ ਨੇ ਉਹ ਮਹਿਮਾ ਵਾਲਾ ਰੂਪ ਦੇਖਿਆ, ਜਿਸ ਲਈ ਪ੍ਰਭੂ ਯਿਸੂ ਮਸੀਹ ਦਾ ਉਹ ਨੂਰਾਨੀ ਰੂਪ ਦੇਖਿਆ, ਤੇ ਉਸ ਦੇ ਨਾਲ ਮੂਸਾ ਪਹਿਲੀ ਵਾਰੀ ਵਾਅਦੇ ਦੀ ਧਰਤੀ, ਏਲੀਆ ਤਾਂ ਸੀਗਾ ਵਾਅਦੇ ਦੀ ਧਰਤੀ ਤੇ ਪੈਦਾ ਹੀ ਉੱਥੇ ਹੋਇਆ ਸੀ, ਪਰ ਮੂਸਾ ਪਹਿਲੀ ਵਾਰੀ ਵਾਅਦੇ ਦੀ ਧਰਤੀ ਤੇ ਆਇਆ। ਸੋ ਮੂਸਾ ਦਾ ਤੇ ਏਲੀਆ ਦਾ ਹੋਣਾ ਜ਼ਰੂਰੀ ਕੀ ਸੀ? ਇਹ ਸੀ ਕਿ ਖੋਲ ਕੇ ਉਦੋਂ ਦੇਖਾਂਗੇ ਜਦੋਂ ਅਸੀਂ ਇੱਥੇ ਆਵਾਂਗੇ ਕਿ ਸਾਰੇ ਦਾ ਸਾਰਾ ਲਾ, ਜਿਹੜਾ ਸਾਰੇ ਦੀ ਸਾਰੀ ਵਿਵਸਥਾ ਜਿਹੜੀ ਮੂਸਾ ਨੇ ਦਿੱਤੀ ਸੀ, ਉਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰੀ ਹੁੰਦੀ ਹੈ। ਔਰ ਏਲੀਆ ਜਿੰਨੀ ਵੀ ਨਬੂਵਤ ਹੋਈ ਹੈ, ਕਹਿਣ ਦਾ ਮਤਲਬ ਕਿ ਜਿੰਨੀ ਵੀ ਭਵਿੱਖਬਾਣੀਆਂ ਹੋਈਆਂ, ਉਹ ਸਾਰੀਆਂ ਦੀਆਂ ਸਾਰੀਆਂ ਮਸੀਹ ਦੇ ਵਿੱਚ ਪੂਰੀਆਂ ਹੋਈਆਂ। ਇਸ ਕਰਕੇ ਉਹ ਦੋਨੋਂ ਮਸੀਹ ਦੇ ਨਾਲ ਉੱਥੇ ਆ, ਔਰ ਉਹ ਗਵਾਹੀ ਦੇ ਰਹੇ ਆ
ਇਹ ਸਭ ਕੁਛ ਮਸੀਹ ਦੇ ਵਿੱਚ ਪੂਰਾ ਹੋ ਗਿਆ। ਸੋ ਇੱਥੇ ਆ ਕੇ ਅਸੀਂ मूसा ਨੂੰ ਇੱਥੇ ਆਉਂਦਾ ਦੇਖਦੇ ਪਏ ਹਾਂ, ਜੋ ਕਿ ਪ੍ਰਭੂ ਨੇ ਉਸਦੇ ਉੱਤੇ ਰਹਿਮ ਕੀਤੀ। ਇਹ ਨਹੀਂ ਕਿਹਾ ਕਿ ਤੂੰ ਵੀ ਹੁਣ ਬਸ ਇੱਥੇ ਹੀ ਰਹੇਗਾ, तेरा भी हम कुछ नहीं बनना, लेकिन नहीं, प्रभु ने बहुत बड़ी मूसा के उत्ते दया की है। बहुत दयालु परमेश्वर है जिसके पिछे ਅਸੀਂ ਚੱਲਦੇ ਹਾਂ। ਹੁਣ ਅਸੀਂ ਆ ਗਏ 21ਵੇਂ ਭਾਵ ਦੇ ਉੱਤੇ, ਔਰ 21ਵੇਂ ਭਾਵ ਦੇ ਉੱਤੇ ਸਾਨੂੰ ਇਸ ਤਰ੍ਹਾਂ ਲੱਗਦਾ ਪਿਆ ਕਿ ਜਿੱਦਾਂ ਸੱਚਮੁੱਚ ਉਹਨਾਂ ਨੇ ਕਨਾਨੀਆਂ ਦੀ ਧਰਤੀ ਜਿੱਤ ਲਈ ਆ, ਪਰ ਇਹ ਵਾਅਦੇ ਦੀ ਧਰਤੀ ਨਹੀਂ। ਕਿਉਂ ਵਾਅਦੇ ਦੀ ਧਰਤੀ ਨਹੀਂ? ਹੁਣ ਇਹਨਾਂ ਨੂੰ ਧਰਤੀ ਦੇ उस धरती ते दाखिल होने दे लिए 2 साल रह गए। 2 साल रह गए। मूसा हाले जींदा, ते अगर ये मूसा इस धरती ਨੂੰ ਜਿੱਤ ਲੈਂਦਾ ਹੈਗਾ ਤੇ मूसा ਤੇ ਆਲਰੇਡੀ ਵਾਅਦੇ ਦੀ ਧਰਤੀ 'ਚ ਚਲਾ ਗਿਆ। ਪਰ ਨਹੀਂ, ਇਹ ਧਰਤੀ ਜਿਹੜੀ ਸੀ ਇਹ ਮੁਆਬੀਆਂ ਦੀ ਧਰਤੀ ਸੀਗੀ, ਔਰ ਇਹਨਾਂ ਵਿੱਚ ਬਹੁਤ ਰਾਜੇ ਆਏ ਤੇ ਬਹੁਤ ਚਲੇ ਗਏ। ਬਹੁਤਿਆਂ ਨੇ ਇੱਥੇ ਕਬਜ਼ਾ ਕੀਤਾ ਤੇ ਬਹੁਤਿਆਂ ਨੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਧਰਤੀ ਕਿੱਥੇ ਸੀ। ਆਪਾਂ 2 ਮੈਪ ਹੁਣ ਦੇਖਾਂਗੇ। ਓਕੇ, ਜਿਸ ਵੇਲੇ ਅਸੀਂ ਇਸ ਮੈਪ ਨੂੰ ਦੇਖਦੇ ਪਏ ਹੈਗੇ ਆ, ਇਹ ਗੋਸ਼ਨ ਦਾ ਇਲਾਕਾ ਆ ਜਿਹੜਾ ਇੱਧਰ ਆ ਤੁਸੀਂ ਪਿਰਾਮਿਡਸ ਦੇਖਦੇ ਪਏ ਆ ਸਾਰੇ, ਇਹ ਗੋਸ਼ਨ ਦਾ ਇਲਾਕਾ ਜਿੱਥੋਂ ਉਹ ਉੱਠ ਕੇ ਆਏ। ਔਰ ਗੋਸ਼ਨ ਦੇ ਇਲਾਕੇ ਤੋਂ ਜਿਹੜਾ ਸਿੱਧਾ ਰਸਤਾ ਐਕਚੁਅਲੀ ਜਾਂਦਾ ਸੀਗਾ, ਉਹ ਉਹਨਾਂ ਨੇ ਆਹ ਰਸਤਾ ਲੈ ਕੇ ਜਾਣਾ ਸੀ ਤੇ ਜਰੂਸਲਮ ਵਿੱਚ ਸਿੱਧੇ ਚੱਲ ਜਾਣਾ ਸੀ। ਲੇਕਿਨ ਪਤਾ ਸੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਸਮੁੰਦਰ ਦੇ ਕੰਢੇ ਬਸੇ ਹੋ ਸਕੇ ਜਿਨ੍ਹਾਂ ਦੇ ਨਾਲ ਇਹਨਾਂ ਨੂੰ ਜੰਗ ਪਕੜਨੀ ਪੈਣੀ ਸੀ, ਔਰ ਇਹ ਜੰਗ ਤੋਂ ਡਰਦੇ ਪਿੱਛੇ ਆ ਸਕਦੇ ਸੀ। ਦੂਸਰਾ, ਇਹ ਲੋਕ ਹਾਲੇ ਤੱਕ ਵਾਅਦੇ ਦੀ ਧਰਤੀ ਨੂੰ ਬਸਾਉਣ ਦੇ ਲਾਇਕ ਨਹੀਂ ਸੀ, ਇਹ ਗੁਲਾਮ ਕੌਮ ਸੀ। ਸੋ ਅਸੀਂ ਕੀ ਦੇਖਦੇ ਕਿ ਉਹਨਾਂ ਨੇ ਇਹ ਰਾਊਟ ਫੜਿਆ। ਇਸ ਰਾਊਟ ਥਾਣੀਓਂ ਆਉਂਦੇ ਹੋਏ ਪਹਿਲਾਂ ਸਕੋਤ ਦੇ ਵਿੱਚ ਥੋੜੀ ਦੇਰ ਰੁਕੇ ਆ, ਉੱਥੋਂ ਫਿਰ ਇਹ ਚੱਲ ਪਏ ਆ। ਚੱਲ ਕੇ ਤਾਂ ਫਿਰ ਇਹ ਮਿਗਦੋਲ ਦੇ ਇਲਾਕੇ ਦੇ ਉੱਤੇ ਆਏ ਆ। ਉੱਥੋਂ ਥਾਣੀ ਇਸ ਮੈਪ ਦੇ ਅਨੁਸਾਰ ਇਹ ਸਟੇਟ ਆਫ ਟੂਰਾਨ ਦੇ ਵਿੱਚ ਉਹਨਾਂ ਨੇ ਇੱਥੋਂ ਪਾਰ ਕੀਤਾ। ਲੇਕਿਨ ਇਹ ਮੈਪ ਬਹੁਤ ਪੁਰਾਣਾ ਹੈ। ਜਿਹੜਾ ਹੁਣ ਨਵੀਆਂ ਜਿਹੜੀਆਂ ਚੀਜ਼ਾਂ ਲੱਭਦੀਆਂ ਪਈਆਂ ਉਹਨਾਂ ਦੇ ਅਨੁਸਾਰ ਇਹ ਇੱਧਰ ਦੀ ਘੁੰਮ ਕੇ ਇੱਥੋਂ ਥਾਣੀ ਇਹਨਾਂ ਨੇ ਪਾਰ ਕੀਤਾ ਔਰ ਅਰੇਬੀਆ ਦੇ ਵਿੱਚ ਆਏ। ਡਸ ਨਾਟ ਮੈਟਰ ਕੀ ਉਹ ਕਹਿ ਰਹੇ ਆ, ਲੇਕਿਨ ਇਹ ਆਏ ਜਿਹੜੇ ਹੈਗੇ ਆ ਉਸੇ ਇਲਾਕੇ ਦੇ ਵਿੱਚ ਆਏ ਆ। ਤੇ ਸਾਨੂੰ ਇੱਕੋ ਇਹ ਵੀ ਮੈਪ ਸਾਨੂੰ ਇੱਕ ਚੀਜ਼ ਦਿਖਾਉਂਦਾ ਪਿਆ ਕਿ ਉਹ ਸਾਊਦੀ ਅਰਬ ਦੀ ਧਰਤੀ ਦੇ ਵਿੱਚ ਆਏ ਆ। ਇਹ ਸਾਰਾ ਅਰੇਬੀਆ ਆ। ਮਾਊਂਟ ਸਾਇਨਾਈ ਅਸਲੀ ਜਿਹੜਾ ਆ ਉਹ ਅਸੀਂ ਇੱਥੇ ਦੇਖਦੇ ਪਏ ਆ, ਔਰ ਇਹ ਬਿਲਕੁਲ ਸਹੀ ਜਗ੍ਹਾ ਤੇ ਜਿੱਥੇ ਅਸੀਂ ਇਹਦੀ ਮੂਵੀ ਦੇ ਵਿੱਚ ਵੀ ਦੇਖਿਆ ਸੀ ਕਿ ਮਾਊਂਟ ਸਾਇਨਾਈ ਕਿੱਥੇ ਆ। ਸੋ ਇੱਧਰੋਂ ਦੀ ਇਹ ਚੱਲਦੇ ਹੋਏ ਵਿਲਡਰਨੈਸ ਆਫ ਸ਼ਾਰ, ਉੱਥੋਂ ਥਾਣੀ ਨੰਗੇ ਹੈਗੇ ਆ, ਉੱਥੋਂ ਦੀ ਜਾਂਦੇ ਹੋਏ ਵਿਲਡਰਨੈਸ ਆਫ ਜ਼ਿਨ, ਉੱਥੋਂ ਦੀ ਅਲੁਸ ਰੈਫਡਿਮ, ਵਿਲਡਰਨੈਸ ਆਫ ਸਾਇਨਾਈ, ਔਰ ਉੱਥੋਂ ਦੀ ਹੁੰਦੇ ਹੋਏ ਇਹ ਸਿੱਧੇ ਜਿਹੜੇ ਲੋਕ ਆ ਇਹ ਪਹੁੰਚੇ ਹੈਗੇ ਆ ਈਥਨ ਗਾਬਾਰਡ, ਔਰ ਉੱਥੋਂ ਥਾਣੀ ਇਸ ਇਲਾਕੇ ਥਾਣੀ ਹੁੰਦੇ ਹੋਏ ਆ ਹੁਣ ਸਾਰਾ ਜਿਹੜਾ ਜਿੱਥੇ ਉਹ ਚਲੇ ਗਏ ਆ ਇਹ ਜੋਰਡਨ ਦਾ ਇਲਾਕਾ ਆ ਸਾਰਾ ਇਲਾਕਾ ਜੋਰਡਨ ਦਾ। ਇੱਥੋਂ ਥਾਣੀ ਇਹ ਹੁੰਦੇ ਹੋਏ ਇਹਨਾਂ ਨੇ ਇੱਧਰ ਦੀ ਜਾ ਕੇ ਤਾਂ ਇਸ ਇਲਾਕੇ ਥਾਣੀ ਜੈਰੀਕੋ ਰਾਹੀਂ ਪ੍ਰਵੇਸ਼ ਕੀਤਾ ਸੀ, ਔਰ ਇਹ ਡੈਡ ਸੀ ਤੋਂ ਅਗਲੇ ਪਾਸੇ ਜਿਹੜੀ ਲੇਕ ਆਉਂਦੀ ਹੈਗੀ ਉਹਦੇ ਥਾਣੀ ਇਹਨਾਂ ਨੇ ਪਾਰ ਕੀਤਾ ਸੀ। ਹੁਣ ਅਗਰ ਅਸੀਂ ਜਿਹੜੀ ਸਾਨੂੰ ਜਿਸ ਲਈ ਅਸੀਂ ਲੋਕ ਜਾਂਦੇ ਹੈਗੇ ਆ ਸੈਰ ਸਪਾਟਾ ਕਰਨ ਔਰ ਦੇਖਣ ਜਾਂਦੇ ਆ ਕਿ ਵਿਲਡਰਨੈਸ ਕਿਹੜੀ ਆ, ਉਹ ਲੈ ਕੇ ਜਾਂਦੇ ਹੈਗੇ ਆ ਇਸ ਇਲਾਕੇ ਦੇ ਵਿੱਚ। ਉਹ ਇੱਥੋਂ ਥਾਣੀ ਘੁਮਾ ਕੇ ਇੱਥੇ ਮਾਊਂਟ ਸਾਇਨਾਈ ਲੈ ਆਉਂਦੇ ਆ। ਲੇਕਿਨ ਇਹ ਸਾਰਾ ਇਲਾਕਾ ਜਿਹੜਾ ਸੀ ਇਹ ਸਾਰੇ ਦਾ ਸਾਰਾ ਇਲਾਕਾ ਤਾਂ ਉਸ ਵੇਲੇ ਇਜਿਪਟ ਦੇ ਹੱਥਾਂ ਦੇ ਵਿੱਚ ਸੀ, ਔਰ ਇਜਿਪਟ ਦਾ ਰਾਜਾ ਕਿਸੇ ਵੇਲੇ ਵੀ ਉਹ ਸਭ ਤੋਂ ਪਹਿਲੀ ਚੀਜ਼ ਇਹ ਸੀ ਕਿ ਉਹਨਾਂ ਨੂੰ ਇਜਿਪਟ ਤੋਂ ਬਾਹਰ ਨਿਕਲਣਾ ਪੈਣਾ ਸੀਗਾ। ਸੋ ਜਿਹੜਾ ਦੂਸਰਾ ਮੀਡੀਅਮ ਦਾ ਜਿਹੜਾ ਇਲਾਕਾ ਉਹ ਇੱਥੇ ਸੀਗਾ, ਮਿਦਿਆਨ ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਲੈ ਕੇ ਗਿਆ ਆ। ਲੇਕਿਨ ਇਹ ਜਿਹੜੀਆਂ ਜਿੰਨੀਆਂ ਵੀ ਰੈਫਲ ਐ ਮਾਊਂਟ ਸਾਇਨਾਈ ਇਹਨਾਂ ਨੇ ਵਿਲਡਰਨੈਸ ਨੇ ਇੱਥੇ ਬਣਾਇਆ ਆ, ਦਿਸ ਇਜ਼ ਅ ਰੋਂਗ ਮੈਪ। ਔਰ ਇੱਥੇ ਜੋ ਕੁਝ ਜਿਹੜਾ ਪੈਸਾ ਕਮਾਉਣ ਦਾ ਇਹਨਾਂ ਨੇ ਸਾਧਨ ਬਣਾਇਆ ਹੋਆ ਇਹ ਸਾਨੂੰ ਗਲਤ ਜਗ੍ਹਾਵਾਂ ਲੋਕਾਂ ਨੂੰ ਦਿਖਾ ਕੇ ਪੈਸੇ ਕੁੱਟਦੇ ਪਏ ਆ। ਦਿਸ ਇਜ਼ ਕੰਪਲੀਟਲੀ ਰੋਂਗ ਮੈਪ। ਅਗਰ ਅਸੀਂ ਅੱਜ ਦਾ ਮੈਪ ਦੇਖੀਏ
ਤਾਂ ਅਸੀਂ ਦੇਖਦੇ ਪਏ ਹਾਂ ਇਸ ਮੈਪ ਦੇ ਵਿੱਚ ਥੋੜਾ ਵੱਡਾ ਚਾਹੀਦਾ ਮੈਨੂੰ। ਅਗਰ ਤੁਹਾਨੂੰ ਆਹ ਇੱਥੇ ਦਿਖਾਈ ਦਿੰਦਾ ਹੋਵੇ, ਇਹ ਥੋੜਾ ਵੱਡਾ ਮੈਨੂੰ ਚਾਹੀਦਾ ਲੇਕਿਨ ਇਹ ਵੱਡਾ ਆ ਨਹੀਂ ਰਿਹਾ। ਸੋ ਅਗਰ ਦੇਖੀਏ ਇੱਥੇ ਇੱਥੋਂ ਥਾਣੀ ਇੱਥੋਂ ਥਾਣੀ ਉਹ ਦਿਖਾਉਂਦਾ ਮੈਪ ਕਿ ਇਹ ਅੰਦਰ ਗਿਆ, ਇਹ ਸਾਊਦੀ ਅਰੇਬੀਆ ਦਾ ਇਲਾਕਾ ਆ। ਹੁਣ ਜਿਹੜੇ ਉਹ ਪਹੁੰਚ ਚੁੱਕੇ ਆ ਜੋਰਡਨ ਦੇ ਇਲਾਕੇ ਦੇ ਵਿੱਚ ਪਹੁੰਚ ਚੁੱਕੇ ਹੋ, ਔਰ ਇਹਨਾਂ ਨੇ ਸੀਰੀਆ ਥਾਣੀ ਹੁੰਦਿਆਂ ਹੋਇਆਂ ਗੋਲਨ ਹਾਈਟ ਥਾਣੀ, ਜਿੱਦਾਂ ਕਿ ਇੱਥੇ ਜੋਰਡਨ ਦੇਸ਼ ਵਸਿਆ ਹੈ, ਫਿਰ ਆ ਸੀਰੀਆ ਆ, ਔਰ ਸੀਰੀਆ ਥਾਣੀ ਹੁੰਦਿਆਂ ਹੋਇਆਂ ਇਹਨਾਂ ਨੇ ਇਜ਼ਰਾਈਲ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਅਗਰ ਅਸੀਂ ਦੇਖੀਏ ਸੋ ਆ ਸਾਰੇ ਇਸ ਵੇਲੇ ਜਿਹੜਾ ਇਹ ਘੁੰਮਦੇ ਫਿਰਦੇ ਆ, ਇਹ ਜੋਰਡਨ ਦੇ ਇਲਾਕੇ ਦੇ ਵਿੱਚ ਘੁੰਮਦੇ ਫਿਰਦੇ ਆ। ਸੋ ਹੁਣ ਇਹਨਾਂ ਨੇ ਜਿਹੜੇ ਸ਼ਹਿਰ ਜਿੱਤਣੇ ਆ ਉਹ ਐਕਚੁਅਲੀ ਜਿਹੜਾ ਇਜ਼ਰਾਈਲ ਇਹਨਾਂ ਨੂੰ ਮਿਲਿਆ ਉਹਦੇ ਨਹੀਂ ਜਿੱਤਣੇ। ਇਹਨਾਂ ਨੇ ਇਹ ਸੀਰੀਆ ਦੇ ਵਿੱਚ ਜਿਹੜੇ ਕਨਾਨੀਆਂ ਨੇ ਸੀਰੀਆ ਦੇ ਵਿੱਚ ਆ ਕੇ ਲੜਾਈਆਂ ਕਰਕੇ ਥੋੜੀਆਂ ਬਹੁਤੀਆਂ ਜ਼ਮੀਨਾਂ ਜਿੱਤੀਆਂ ਆ, ਉਹਨਾਂ ਦੇ ਉੱਤੇ ਇਹਨਾਂ ਨੇ ਕਬਜ਼ਾ ਕਰਕੇ ਤਾਂ ਇਹਨਾਂ ਕਨਾਨੀਆਂ ਨੂੰ ਦੜਾ ਕੇ ਤਾਂ ਇਹਨਾਂ ਨੇ ਉਹਨਾਂ ਦੇ ਆਪਣੇ ਦੇਸ਼ ਵਿੱਚ ਉਧਰ ਵਾਪਸ ਜਿਹੜਾ ਅੱਜ ਦਾ ਇਜ਼ਰਾਈਲ ਆ ਉਧਰਲੇ ਪਾਸੇ ਉਹਨਾਂ ਨੂੰ ਪੁਸ਼ ਕਰ ਦੇਣਾ। ਲੇਕਿਨ ਫਿਰ ਅਸੀਂ ਦੁਬਾਰਾ ਦੇਖਾਂਗੇ ਕਿ ਉਹ ਕਿੱਥੇ ਗਏ, ਉੱਥੋਂ ਜਿਸਲੇ ਗਏ ਤਾਂ ਫਿਰ ਕਿੱਥੇ ਨੂੰ ਚਲੇ ਗਏ, ਉਹਨਾਂ ਨੇ ਫਿਰ ਜਾ ਕੇ ਕਿਹੜੇ ਮੁਲਕ ਵਸਾਏ, ਉਹ ਆਪਾਂ ਆਪਣੀ ਕੱਲ ਦੀ ਸਟੱਡੀ ਦੇ ਵਿੱਚ ਦੇਖਾਂਗੇ। ਸੋ ਲੈਟਸ ਗੋ ਬੈਕ। ਸੋ ਹੁਣ ਅਸੀਂ 21ਵੇਂ ਭਾਵ ਦੇ ਉੱਤੇ ਆ ਗਏ ਤੇ ਇੱਥੇ ਸਭ ਤੋਂ ਪਹਿਲਾਂ ਆਉਂਦੀ ਹੈਗੀ ਕਨਾਨੀਆਂ ਦੇ ਉੱਤੇ ਜਿੱਤ। ਸੋ ਆਓ ਅਸੀਂ ਇਸ ਦੀਆਂ ਪਹਿਲੀਆਂ 3 ਆਇਤਾਂ ਦੇਖਦੇ ਹਾਂ, ਔਰ ਜਿਹਨੇ ਪੜ੍ਹਨਾ ਸ਼ੁਰੂ ਕਰਨਾ ਉਹਨੇ ਸਾਰਾ ਚੈਪਟਰ ਪੜ੍ਹਨਾ। ਸੋ ਆਓ ਅਸੀਂ ਇਸ ਦੀਆਂ ਪਹਿਲੀਆਂ 3 ਆਇਤਾਂ ਦੇਖੀਏ। ਇੱਕ ਮਿੰਟ ਰੁਕੋ, ਮੈਂ ਪਾਣੀ ਲੈ ਹਾਂਜੀ ਗੋ ਹੈ। ਕਨਾਨੀ ਲੋਕਾਂ ਉੱਤੇ ਜਿੱਤ। ਤਦ ਕਨਾਨ ਦੇ ਰਾਜਾ ਆਰਾਦ ਨੂੰ, ਜੋ ਦੱਖਣੀ ਕਨਾਨ ਵਿੱਚ ਰਹਿੰਦਾ ਸੀ, ਪਤਾ ਲੱਗਾ ਕਿ ਇਸਰਾਏਲੀ ਲੋਕ ਅਥਾਰੀਮ ਦੇ ਰਾਹ ਥਾਣੀ ਉਸ ਦੇ ਇਲਾਕੇ ਵੱਲ ਆ ਰਹੇ ਹਨ, ਤਾਂ ਉਸਨੇ ਇਸਰਾਏਲੀਆਂ ਤੇ ਚੜ੍ਹਾਈ ਕਰਕੇ ਉਹਨਾਂ ਵਿੱਚੋਂ ਕੁਝ ਨੂੰ ਆਪਣੇ ਕੈਦੀ ਬਣਾ ਲਿਆ। ਇਸ ਤੇ ਇਸਰਾਏਲੀਆਂ ਨੇ ਪ੍ਰਭੂ ਅੱਗੇ ਇਹ ਕਹਿ ਕੇ ਸਹੁੰ ਚੁੱਕੀ, ਜੇਕਰ ਤੂੰ ਇਹਨਾਂ ਲੋਕਾਂ ਨੂੰ ਸਾਡੇ ਹੱਥੀਂ ਦੇ ਦੇਵੇਂਗਾ ਤਾਂ ਅਸੀਂ ਇਹਨਾਂ ਨੂੰ ਤੇਰੇ ਨਾਂ ਵਾਸਤੇ ਬਿਲਕੁਲ ਨਾਸ਼ ਕਰ ਦੇਵਾਂਗੇ। ਪ੍ਰਭੂ ਨੇ ਇਸਰਾਏਲੀਆਂ ਦੀ ਇਹ ਪ੍ਰਾਰਥਨਾ ਸੁਣੀ ਅਤੇ ਕਨਾਨੀਆਂ ਨੂੰ ਪੂਰੀ ਤਰ੍ਹਾਂ ਨਾਲ ਨਾਸ਼ ਕਰ ਦਿੱਤਾ ਅਤੇ ਉਹਨਾਂ ਦੇ ਸ਼ਹਿਰਾਂ ਤੱਕ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਇਸ ਲਈ ਉਸ ਥਾਂ ਦਾ ਨਾਂ ਹਾਰਮਾਨ ਪੈ ਗਿਆ। ਸੋ ਇਹ ਜਿਹੜਾ ਇਲਾਕਾ ਸੀਗਾ ਇਹਨਾਂ ਦੇ ਉੱਤੇ, ਇਸ ਇਲਾਕੇ ਦੇ ਉੱਤੇ ਇਹਨਾਂ ਦਾ ਪਹਿਲਾ ਕਬਜ਼ਾ ਹੋਇਆ, ਲੇਕਿਨ ਜੰਗ ਇਹਨਾਂ ਨੇ ਨਹੀਂ ਲੜੀ। ਜੰਗ ਜਿਸ ਤਰ੍ਹਾਂ ਪ੍ਰਭੂ ਨੇ ਕਹੀ ਸੀ ਕਿ ਜੰਗ ਮੈਂ ਲੜੂੰਗਾ, ਸੋ ਪ੍ਰਭੂ ਨੇ ਉਹਨਾਂ ਲੋਕਾਂ ਨੂੰ ਨਾਸ਼ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਨਾਸ਼ ਕਰ ਦਿੱਤਾ, ਔਰ ਉਹਨਾਂ ਦੇ ਵਿੱਚੋਂ ਜਿਹੜੇ ਨੱਠ ਨੁੱਠ ਕੇ ਬਚ ਗਏ ਉਹ ਬਚ ਗਏ। ਪਰ ਹੁਣ ਇਹਨਾਂ ਨੇ ਉਸ ਇਲਾਕੇ ਦੇ ਵਿੱਚ ਜਿਹੜਾ ਕਨਾਨ ਤੋਂ ਜਿਹੜਾ ਇਲਾਕਾ ਇਹਨਾਂ ਨੇ ਲਿਆ ਹੈਗਾ ਆ, ਦੱਖਣੀ ਕਨਾਨ ਜਿਸ ਨੂੰ ਕਹਿੰਦੇ ਹੈਗੇ ਆ, ਹੁਣ ਉਸ ਇਲਾਕੇ ਤੇ ਅਗਲੇ 2 ਸਾਲ ਬੇਸਿਕਲੀ ਇਹਨਾਂ ਨੇ ਟਿਕੇ ਰਹਿਣਾ, ਥੋੜੀ ਇੱਧਰ ਉੱਧਰ ਜਾਣਾ, ਲੇਕਿਨ ਮੋਸਟਲੀ ਹੁਣ ਇਹਨਾਂ ਨੇ ਜਿਹੜਾ ਅੱਜ ਦਾ ਸੀਰੀਆ ਆ, ਉਹ ਸੀਰੀਆ ਦੇ ਇਲਾਕੇ ਦੇ ਵਿੱਚ ਹੁਣ ਇਹਨਾਂ ਨੇ ਟਿਕੇ ਰਹਿਣਾ। ਸੋ ਆਓ ਅਸੀਂ ਉੱਥੇ ਦੀਆਂ ਹੁਣ ਕੁਝ ਘਟਨਾਵਾਂ ਹੁਣ ਜਿਹੜੀਆਂ ਉੱਥੇ ਹੋਈਆਂ। ਬਾਏ ਦਾ ਵੇ ਸਾਰਾ ਕੁਝ 1423 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ ਹੁਣ ਇਹ ਸਾਰਾ ਕੁਝ ਸ਼ੁਰੂ ਹੋ ਗਿਆ। ਅਸੀਂ 1423 ਸਾਲ ਦੇ ਵਿੱਚ ਪਹੁੰਚ ਚੁੱਕੇ ਹਾਂ। ਕਹੇ ਦਾ ਸੱਪ। ਫਿਰ ਉਹ ਪਹਾੜ ਹੋਰ ਤੋਂ ਲਾਲ ਸਾਗਰ ਦੇ ਰਾਹ ਥਾਣੀ ਅਦੋਮ ਦੇ ਉੱਤੋਂ ਦੀ ਹੋ ਕੇ ਅੱਗੇ ਵਧੇ, ਪਰ ਲੋਕ ਇਸ ਲੰਮੇ ਸਫ਼ਰ ਤੋਂ ਅੱਕ ਗਏ। ਉਹ ਪ੍ਰਭੂ ਅਤੇ ਮੂਸਾ ਦੇ ਵਿਰੁੱਧ ਇਹ ਕਹਿ ਕੇ ਬੜਬੜਾਉਣ ਲੱਗੇ, ਤੂੰ ਸਾਨੂੰ ਮਿਸਰ ਤੋਂ ਕੱਢ ਕੇ ਇਸ ਉਜਾੜ ਵਿੱਚ ਮਰਨ ਲਈ ਕਿਉਂ ਲੈ ਆਇਆ ਹੈ? ਇੱਥੇ ਨਾ ਤਾਂ ਖਾਣ ਲਈ ਭੋਜਨ ਹੈ ਤੇ ਨਾ ਹੀ ਪੀਣ ਲਈ ਪਾਣੀ ਹੈ। ਤਦ ਪ੍ਰਭੂ ਨੇ ਉਹਨਾਂ ਵਿਚਕਾਰ ਜ਼ਹਿਰ ਭਰੇ ਸੱਪ ਘੱਲੇ, ਜਿਨ੍ਹਾਂ ਦੇ ਕੱਟਣ ਕਾਰਨ ਬਹੁਤ ਸਾਰੇ ਇਜ਼ਰਾਈਲੀ ਮਰ ਗਏ। ਇਹ ਹੋਣ ਤੇ ਉਹ ਲੋਕ ਮੂਸਾ ਕੋਲ ਆਏ ਅਤੇ ਬੋਲੇ, ਅਸੀਂ ਪ੍ਰਭੂ ਦੇ ਅਤੇ ਤੇਰੇ ਵਿਰੁੱਧ ਪਾਪ ਕੀਤਾ ਹੈ। ਹੁਣ
ਤੂੰ ਹੁਣ ਪ੍ਰਭੂ ਅੱਗੇ ਪ੍ਰਾਰਥਨਾ ਕਰਕੇ ਉਹ ਸਾਡੇ ਵਿਚਕਾਰੋਂ ਇਹਨਾਂ ਸੱਪਾਂ ਨੂੰ ਹਟਾ ਦੇਵੇ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇੱਕ ਸੱਪ ਬਣਾ ਇੱਕ ਵੰਝ ਉੱਤੇ ਟੰਗ ਅਤੇ ਉਸ ਨੂੰ ਖੜਾ ਕਰਦੇ, ਜੋ ਸੱਪ ਦਾ ਕੱਟਿਆ ਮਨੁੱਖ ਤੇਰੇ ਬਣਾਏ ਇਸ ਸੱਪ ਨੂੰ ਦੇਖੇਗਾ, ਉਹ ਬਚ ਜਾਵੇਗਾ। ਸੋ ਮੂਸਾ ਨੇ ਕਹੀ ਦਾ ਇੱਕ ਸੱਪ ਬਣਾਇਆ ਅਤੇ ਉਸ ਨੂੰ ਵੰਝ ਤੇ ਟੰਗ ਕੇ ਇੱਕ ਥਾਂ ਖੜਾ ਕਰ ਦਿੱਤਾ। ਜੋ ਕੋਈ ਮਨੁੱਖ ਵੀ ਜਿਸ ਨੂੰ ਸੱਪ ਨੇ ਕੱਟਿਆ ਸੀ ਉਸ ਸੱਪ ਨੂੰ ਦੇਖਦਾ ਸੀ, ਉਹ ਬਚ ਜਾਂਦਾ ਸੀ। ਇੱਥੇ ਤੱਕ ਹੀ ਪੜ੍ਹਨਾ ਪਾਸਟਰ ਜੀ? ਇੱਥੇ ਗਾਂ ਵੀ ਪੜ੍ਹਨਾ, ਪਰ ਹੁਣ ਇੱਥੇ ਤੱਕ ਠੀਕ ਆ। Okay. ਇੱਥੇ ਤੁਸੀਂ ਲਿਖ ਲਓ ਜੌਨ ਦਾ 3ਰਾ ਚੈਪਟਰ, ਜੌਨ ਚੈਪਟਰ 3 ਉਸਦੀ 1 ਆਇਤ ਤੋਂ ਲੈ ਕੇ ਉਸਦੀ 18 ਆਇਤ ਤੱਕ। ਜੌਨ ਚੈਪਟਰ 3 ਉਸਦੀ 1 ਆਇਤ ਤੋਂ ਲੈ ਕੇ ਉਸਦੀ 18 ਆਇਤ ਤੱਕ। ਸੋ ਜਿਸਲੇ ਅਸੀਂ ਇਹ ਗਿਣਤੀ ਦੇ 21ਵੇਂ ਭਾਵ ਦੇ ਵਿੱਚ ਆ, ਉਸਦੀ ਅਸੀਂ 4 ਤੋਂ ਲੈ ਕੇ ਉਸਦੀ 4 ਤੋਂ ਲੈ ਕੇ 9 ਆਇਤ ਤੱਕ ਪੜ੍ਹੀ। ਔਰ ਜਿਸ ਤਰ੍ਹਾਂ ਅਸੀਂ ਦੇਖਦੇ ਪਏ ਸੀਗੇ, ਅਸੀਂ ਮੈਪਸ ਦੇ ਵਿੱਚ ਵੀ ਦੇਖਿਆ ਕਿ ਉਹ ਕਿੱਥੇ ਪਹੁੰਚ ਚੁੱਕੇ ਆ। ਹੁਣ ਉਹਨਾਂ ਦੇ ਕੋਲ ਇੱਕ ਇਲਾਕਾ ਜਿਹੜਾ ਉਹਨਾਂ ਨੇ ਫਤਿਹ ਕੀਤਾ ਹੈਗਾ, ਲੇਕਿਨ ਉੱਥੇ ਉਹਨਾਂ ਨੇ ਬਹੁਤੀ ਦੇਰ ਜਿਹੜਾ ਸਮਾਂ ਉਹਦੇ ਆਲੇ ਦੁਆਲੇ ਹੀ ਕੱਟਣਾ, ਉਹਦੇ ਆਲੇ ਦੁਆਲੇ ਘੁੰਮਦੇ ਫਿਰਦਿਆਂ ਨੇ ਇਹਨਾਂ ਨੇ ਹੁਣ ਬਾਕੀ ਦਾ ਸਮਾਂ ਉੱਥੇ ਕੱਟਣਾ, ਕਿਉਂਕਿ ਇਹਨਾਂ ਦੇ 38 ਸਾਲ ਪੂਰੇ ਹੋ ਚੁੱਕੇ ਆ। ਇਹਨਾਂ ਦੀ ਸਜ਼ਾ ਦੇ 38 ਸਾਲ ਪੂਰੇ ਹੋ ਚੁੱਕੇ ਆ। ਹੁਣ ਸਿਰਫ 2 ਸਾਲ ਰਹਿ ਗਏ, ਬੇਸਿਕਲੀ 2 ਜਾਂ 3 ਸਾਲ ਰਹਿ ਗਏ ਆ, ਜਦੋਂ ਇਹਨਾਂ ਨੇ ਹੁਣ ਵਾਦੀ ਦੀ ਧਰਤੀ ਦੇ ਉੱਤੇ ਪਹੁੰਚਣਾ ਹੈ। ਸੋ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਉੱਥੇ ਉਹਨਾਂ ਨੇ ਫਿਰ ਪ੍ਰਭੂ ਦੇ ਲਈ ਬੜਬੜਾਇਆ। ਜਿੰਨੇ ਦੋ ਤਰ੍ਹਾਂ ਦੀ ਕੌਮ ਦੇ ਵਿੱਚ ਹੁਣ ਲੋਕ ਅਸੀਂ ਦੇਖਦੇ ਪਏ ਹਾਂ। ਅਸੀਂ ਉਹ ਦੇਖਦੇ ਪਏ ਹਾਂ ਜਿਹੜੇ ਉਸ ਵੇਲੇ 20 ਸਾਲ ਤੋਂ ਘੱਟ ਸੀ, ਉਹਨਾਂ ਦੀ ਜਿਹੜੀ ਟ੍ਰੇਨਿੰਗ ਹੋ ਰਹੀ ਆ ਉਹ ਜਾਸ਼ੂਆ ਤੇ ਕਾਲੇਬ ਦੇ ਥੱਲੇ ਹੋ ਰਹੀ ਆ। ਉਹਨਾਂ ਨੂੰ ਇਹਨਾਂ ਨੇ ਸੈਪਰੇਟ ਕਰ ਦਿੱਤਾ ਹੈ। ਉਹਨਾਂ ਦੀ ਸਮੇਂ ਨਾਲ ਉਹਨਾਂ ਦੀ ਸੈਪਰੇਸ਼ਨ ਹੁੰਦੀ ਗਈ। ਲੇਕਿਨ ਇੱਕ ਉਹ ਜਿਹੜਾ ਕੁਣਬਾ ਉੱਥੋਂ ਉੱਠ ਕੇ ਆਇਆ ਆ, ਜਿਨ੍ਹਾਂ ਨੂੰ ਇਹ ਸਜ਼ਾ ਆ ਕਿ ਤੁਸੀਂ ਵਾਅਦੇ ਦੀ ਧਰਤੀ ਤੇ ਨਹੀਂ ਜਾਓਗੇ, ਪਰ ਤੁਹਾਡੀਆਂ ਔਲਾਦਾਂ ਜਾਣਗੀਆਂ। ਸੋ ਹੁਣ ਜਿਸ ਦਿਨ ਇਹ ਕਿਹਾ ਸੀਗਾ ਪ੍ਰਭੂ ਨੇ ਕਿ ਤੁਸੀਂ ਵਾਅਦੇ ਦੀ ਧਰਤੀ ਤੇ ਨਹੀਂ ਜਾਓਗੇ, 13ਵੇਂ ਭਾਗ ਦੇ ਵਿੱਚ ਉਸ ਦਿਨ ਤੋਂ ਵਿਵਸਥਾ ਸਾਰ ਲਿਖੀ ਜਾਣੀ ਸ਼ੁਰੂ ਹੋ ਗਈ ਹੈ। ਜਿਹੜੀ ਪੋਥੀ ਦੇ ਵਿੱਚ ਅਸੀਂ ਜਾਣਾ ਆ ਨਾ, ਉਹ ਪੋਥੀ ਲਿਖੀ ਜਾਣੀ ਸ਼ੁਰੂ ਹੋ ਗਈ ਹੈ। ਅਗਰ ਅਸੀਂ ਕ੍ਰੋਨੋਲੋਜੀ ਦੇ ਨਾਲ ਬਾਈਬਲ ਨੂੰ ਪੜ੍ਹਦੇ ਤਾਂ ਅਸੀਂ ਵਿੱਚ ਵਿਵਸਥਾ ਸਾਰ ਦੇ ਹਿੱਸੇ ਪੜ੍ਹਨੇ ਸੀਗੇ, ਲੇਕਿਨ ਅਸੀਂ ਉਸ ਤਰੀਕੇ ਦੇ ਨਾਲ ਨਹੀਂ ਪੜ੍ਹਦੇ ਪਏ। ਅਸੀਂ ਜਿਹੜੀ ਬਾਈਬਲ ਦੇ ਵਿੱਚੋਂ ਜਿਹੜੀ ਚੀਜ਼ ਦੇਖਦੇ ਪਏ ਹਾਂ, ਐਜ਼ ਦਾ ਬਾਈਬਲ ਗਿਵਨ ਟੂ ਅਸ, ਜਿੱਦਾਂ ਇਹ ਬਾਈਬਲ ਸਾਨੂੰ ਦਿੱਤੀ ਗਈ ਅਸੀਂ ਉਸ ਤਰ੍ਹਾਂ ਦੇਖਦੇ ਪਏ ਹਾਂ। ਇਹਨਾਂ ਦੇ ਵਿੱਚ ਅਸੀਂ ਜ਼ਬੂਰ ਦੇਖਾਂਗੇ, ਇਹਨਾਂ ਦੇ ਵਿੱਚ ਅਸੀਂ ਜਿੰਨੀਆਂ ਵੀ ਬੇਸਿਕਲੀ ਅਸੀਂ ਪੋਥੀਆਂ, ਦੂਸਰੀਆਂ ਪੋਇਟਰੀ ਦੀਆਂ ਪੋਥੀਆਂ, ਉਹ ਸਾਰੀਆਂ ਇਹਨਾਂ ਦੇ ਵਿੱਚ ਵੀ ਦੇਖਾਂਗੇ। ਲੇਕਿਨ ਇਸ ਵੇਲੇ ਵਿਵਸਥਾ ਸਾਰ ਮੂਸਾ ਨੇ ਲਿਖਣੀ ਸ਼ੁਰੂ ਕਰ ਦਿੱਤੀ ਆ, ਔਰ ਵਿਵਸਥਾ ਸਾਰ ਉਹਨਾਂ ਬੱਚਿਆਂ ਨੂੰ ਪੜ੍ਹਾਈ ਜਾਣੀ ਸ਼ੁਰੂ ਹੋ ਚੁੱਕੀ ਹੈ। ਸੋ ਜਸਟ ਸੋ ਯੂ ਗਾਇਸ ਨੋ। ਸੋ ਇਹ ਜਿਹੜੇ ਹੁਣ ਉਹ ਥੋੜੇ ਬਹੁਤੇ ਬਚ ਗਏ ਉਹ ਆ ਜਿਨ੍ਹਾਂ ਨੂੰ ਬੜਾ ਐਕਸਪੀਰੀਅੰਸ ਆ ਇਸ ਬੜਬੜਾਉਣ ਦੇ ਵਿੱਚ, ਜਿਨ੍ਹਾਂ ਨੇ PhD ਕੀਤੀ ਹੋਈ, ਉਹ ਇਹਨਾਂ ਦੇ ਨਾਲ ਹੁਣ ਉਹਨਾਂ ਨੇ ਫਿਰ ਬੜਬੜਾਉਣਾ ਸ਼ੁਰੂ ਕਰ ਦਿੱਤਾ। ਤੂੰ ਸਾਨੂੰ ਇੱਥੇ ਕਿਉਂ ਲੈ ਕੇ ਆਇਆ? ਤੂੰ ਸਾਨੂੰ ਮਰਨ ਦੇ ਲਈ ਲੈ ਕੇ ਆਇਆ? ਉਹ ਪਹਿਲੇ ਦਿਨ ਤੋਂ ਹੀ ਸ਼ੁਰੂ ਹੋਏ ਹੋਏ, ਉੱਥੋਂ ਜਿਹੜੇ ਤੁਰੇ ਸੀਗੇ ਉਦੋਂ ਤੋਂ ਹੀ ਰਾਗ ਲਾਪਦੇ ਆ ਰਹੇ। ਜਿਸਲੇ ਮਾੜੀ ਜਿਹੀ ਪ੍ਰੋਬਲਮ ਅੱਗੇ ਆਉਂਦੀ ਆ, ਤੂੰ ਸਾਨੂੰ ਮਰਨ ਦੇ ਲਈ ਲੈ ਕੇ ਆਇਆ। ਉੱਥੇ ਇਜਿਪਟ ਸਾਡੇ ਲਈ ਕਬਰਾਂ ਹੈ ਨਹੀਂ ਸੀ, ਸੋ ਉਹਨਾਂ ਨੇ ਉਹੀ ਕੰਮ ਕੀਤਾ। ਔਰ ਪ੍ਰਭੂ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਇਕੱਠੇ ਨਹੀਂ ਮਾਰਦਾ ਪਿਆ, ਥੋੜਿਆਂ ਨੂੰ ਮਾਰਦਾ ਪਿਆ। ਪ੍ਰਭੂ ਦਾ ਦਿੱਤਾ ਹੋਇਆ ਜਿਹੜਾ ਸਰਾਫ ਆ ਉਹ ਵੀ ਪੂਰਾ ਹੋ ਰਿਹਾ, ਔਰ ਪ੍ਰਭੂ ਦੀ ਦਿੱਤੀ ਹੋਈ ਬਰਕਤ ਜਿਹੜੀ ਆ ਜਿਹਨਾਂ ਨੂੰ ਲੈ ਕੇ ਜਾਣਾ, ਉਹ ਵੀ ਪੂਰੀ ਹੋ ਰਹੀ ਹੈ। ਔਰ ਇਹ ਜਿਹੜੇ ਲੋਕ ਆ, ਇਹ ਜਿਸਲੇ ਇਹ ਏਦਾਂ ਦੇ ਕੰਮ ਕਰਦੇ ਆ ਔਰ ਮਾਰੇ ਜਾਂਦੇ ਆ, ਤਾਂ ਜਿਹੜੇ ਬੱਚੇ ਆ ਉਹ ਸਿੱਖਦੇ ਆ ਇਹਨਾਂ ਤੋਂ ਕਿ ਅਸੀਂ ਇਹ ਕੰਮ ਨਹੀਂ ਕਰਨਾ, ਅਸੀਂ ਇਹ ਕੰਮ ਨਹੀਂ ਕਰਨਾ। ਸੋ ਇੱਕ ਕੌਮ ਨੂੰ ਸਿਖਾਇਆ ਜਾ ਰਿਹਾ ਜਿਹੜੀ ਇਹਨਾਂ ਤੋਂ ਤਿਆਰ ਕੀਤੀ ਗਈ ਹੈ, ਜਿਹੜੇ 20 ਸਾਲ ਤੋਂ ਛੋਟੇ ਸੀਗੇ, ਜਿਹੜੀ ਕੌਮ ਉਹਨਾਂ ਤੋਂ ਤਿਆਰ ਹੋ ਰਹੀ ਆ। ਸੋ ਉਹਨਾਂ ਵਿੱਚੋਂ ਵੀ ਜਿਹੜੇ 20 ਸਾਲ ਦੇ ਲਾਗੇ ਸੀਗੇ, 19 ਸਾਲ ਦੇ ਸੀਗੇ, ਤਾਂ ਉਹ ਵੀ ਇਸ ਵੇਲੇ ਤੁਸੀਂ ਇਹ ਕਹਿ ਲਓ
कि असी कह सकते हैं 58 साल के लागे छागे उन्होंने उम्र हो चुकी हुआ, लेकिन दैट्स अ डिफरेंट ग्रुप दे विचों ग्रुप ये जड़े वो जड़े उठों उठ के आए ये वो, और ये इन्हां विच भी 60 साल प्लस जड़े लोग इन्हां दी उम्र 60 साल प्लस हो चुकी है। तो ये बुढ़ बढ़ाए है, ये बुढ़ बढ़ाए है, तो उत्थे प्रभु ने सप कले जड़े जड़े इन्हां नूं दसदे सी, और ये मरने शुरू हो गए, और फिर आके दुहाई फिर दित्ती है कि असी प्रभु के खिलाफ और तेरे खिलाफ गुनाह किया, मूसा नूं कहियो। 120 साल तो दा वो बुजुर्ग आया जिहदी आत्मा नूं ये कोड़दे पए बार बार ये काम करके, उहदी भैन जा चुकी आ, उहदा भरा जा चुका, ठीक है, उसके पोते पैदा हो गए आ, ਜਿਹੜੀ ਅਸੀਂ ਕੱਲ ਨੂੰ ਦੇਖਾਂਗੇ। ਥੋੜਾ ਜਿਹਾ ਮੈਂ ਥੋੜਾ ਪਿੱਛੇ ਛੱਡ ਗਿਆ ਸੀ, ਅਸੀਂ ਹੋਰ ਪਾਸੇ ਨਿਕਲ ਜਾਣਾ ਸੀਗਾ, ਉਹ ਵੀ ਹੁਣ ਪੋਤੇ ਪੋਤੀਆਂ ਵਾਲਾ ਹੈ, ਲੇਕਿਨ ਉਸ ਦੀ ਆਤਮਾ ਨੂੰ ਇਹ ਲੋਕ ਕੋੜਦੇ ਪਏ। ਔਰ ਫਿਰ ਹੁਣ ਆ ਕੇ ਉਸ ਨੂੰ ਕਹਿੰਦੇ ਕਿ ਅਸੀਂ, ਉਹ ਕਹਿੰਦਾ ਪ੍ਰਭੂ ਨੇ ਉਸ ਨੂੰ ਕਿਹਾ, ਕਹਿੰਦਾ ਤੂੰ ਕਹੇ ਦਾ ਸੱਪ ਬਣਾ ਕੇ ਤੇ ਉਸ ਨੂੰ ਇੱਕ ਡੰਡੇ ਦੇ ਉੱਤੇ ਟੰਗ ਦੇ, ਔਰ ਜਿਹੜਾ ਉਸ ਸੱਪ ਦੇ ਵੱਲ ਨੂੰ ਦੇਖੇਗਾ ਉਹ ਬਚ ਜਾਏ। और अजीब चीज यह है कि साडा जिहड़ा मैडिकल सिस्टम है उसने भी इहो ही साइन लिया है कि एक डंडे के आले दुआले दो सप इदां लटके। मैडिकल वालियां ने भी, अज दे मैडिकल लाइन ने भी उही साइन लिया, मैडिकल लाइन का जिहड़ा जिन्ने हर एक देश दे विच, ईवन UN दा, क्योंकि UN ने वो निशान चुनिया, तो इस करके वो निशान हाले भी वरतिया जांदा। पर एक आधा निशान, सो मेरे नाल यूहन्ना दे तीसरे भाग दे विच इत्थे लिख लो, तुसीं जिहड़े प्रभु दा वचन सिखाने आ, ये तुहाडे लई बहुत गुड रहेगा। तीसरा भाग, निकोदेमुस नाम दा एक आदमी प्रभु यीशु दे कोल आया, और प्रभु यीशु नूं उसने एक काम करदे देखिया जिस तों उहदे मन नूं बड़ी खुशी होई। प्रभु यीशु मसीह ने मंदिर नूं साफ किया, और जिहड़ी उत्थे बिकदियां भेडां बिकदियां पईयां, बकरियां बिकदियां पईयां, कबूतर बिकदे पए, उसने साफ सफाई की, और उत्थे जिहड़ा करंसी एक्सचेंज वाले बैठे हो उन्हां दी दुकानां बंद कीतियां। सो ये बंदा जिहड़ा इसनूं इसदे मन नूं बड़ी लगी। सो सारे फरीसी भी इक्को जिहे सी, प्रभु दा डर रखण वाले सी, इंतजार करन वाले सी। फिर रात के वेले चोरी प्रभु यीशु मसीह के कोल आया। सो आओ इस हिस्से में पढ़िए। तीसरा भाग उसकी एक आयत तो लैके इसकी असीं 18 आयत। मैं पढ़ दूँ पास। प्रभु यीशु ਅਤੇ ਯਹੂਦੀਆਂ ਦਾ ਨੇਤਾ ਨਿਕੋਦੇਮਸ ਨਾਂ ਦਾ ਇੱਕ ਆਦਮੀ ਸੀ। ਉਹ ਯਹੂਦੀਆਂ ਦਾ ਨੇਤਾ ਸੀ। ਉਸ ਦਾ ਸੰਬੰਧ ਫਰੀਸੀ ਦਲ ਦੇ ਲੋਕਾਂ ਨਾਲ ਸੀ। ਉਹ ਇੱਕ ਰਾਤ ਨੂੰ ਯੀਸ਼ੂ ਕੋਲ ਆਇਆ। ਉਸਨੇ ਯੀਸ਼ੂ ਨੂੰ ਕਿਹਾ, ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਰ ਵੱਲੋਂ ਕੱਲੇ ਹੋਏ ਗੁਰੂ ਹੋ। ਕੋਈ ਆਦਮੀ ਵੀ ਇਹ ਮਹਾਨ ਚੰਨ ਨਹੀਂ ਦਿਖਾ ਸਕਦਾ ਜਿਹੜੇ ਤੁਸੀਂ ਦਿਖਾਉਂਦੇ ਹੋ, ਜਦੋਂ ਤੱਕ ਕਿ ਪਰਮੇਸ਼ਰ ਉਸਦੇ ਨਾਲ ਨਾ ਹੋਵੇ। ਯੀਸ਼ੂ ਨੇ ਉਸਨੂੰ ਅੱਗੋਂ ਕਿਹਾ, ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਕੋਈ ਆਦਮੀ ਪਰਮੇਸ਼ਰ ਦੇ ਰਾਜ ਦੇ ਦਰਸ਼ਨ ਨਹੀਂ ਕਰ ਸਕਦਾ ਜਦੋਂ ਤੱਕ ਕਿ ਉਹ ਪਰਮੇਸ਼ਰ ਕੋਲੋਂ ਨਵਾਂ ਜਨਮ ਪ੍ਰਾਪਤ ਨਾ ਕਰੇ। ਨਿਕੋਦੇਮਸ ਨੇ ਪੁੱਛਿਆ, ਇੱਕ ਆਦਮੀ ਜਦੋਂ ਬੁੱਢਾ ਹੋ ਗਿਆ ਤਾਂ ਉਹ ਕਿਸ ਤਰ੍ਹਾਂ ਜਨਮ ਲੈ ਸਕਦਾ ਹੈ? ਇਹ ਹੋ ਸਕਦਾ ਹੈ ਕਿ ਦੂਜੀ ਵਾਰ ਆਪਣੀ ਮਾਂ ਦੀ ਕੁੱਖ ਵਿੱਚ ਜਾਵੇ ਅਤੇ ਫਿਰ ਜਨਮ ਲਵੇ? ਯੀਸ਼ੂ ਨੇ ਉੱਤਰ ਦਿੱਤਾ, ਨਿਰੰਜਦੇ, ਮੈਂ ਤੈਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਅਤੇ ਪਵਿੱਤਰ ਆਤਮਾ ਦੁਆਰਾ ਜਨਮ ਨਾ ਲਵੇ ਉਹ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਕਿਉਂਕਿ ਜੋ ਸਰੀਰ ਤੋਂ ਜਨਮ ਲੈਂਦਾ ਹੈ ਉਹ ਸਰੀਰ ਹੈ, ਤੇ ਜੋ ਆਤਮਾ ਤੋਂ ਜਨਮ ਲੈਂਦਾ ਹੈ ਉਹ ਆਤਮਾ ਹੈ। ਹੈਰਾਨ ਨਾ ਹੋਵੋ ਕਿ ਮੈਂ ਤੁਹਾਨੂੰ ਕਿਹਾ ਹੈ, ਤੁਹਾਨੂੰ ਪਰਮੇਸ਼ਰ ਕੋਲੋਂ ਨਵਾਂ ਜਨਮ ਪ੍ਰਾਪਤ ਕਰਨਾ ਜ਼ਰੂਰੀ ਹੈ। ਹਵਾ ਚੱਲਦੀ ਹੈ, ਜਿਸ ਪਾਸੇ ਨੂੰ ਵੀ ਇਸਦਾ ਜੀ ਕਰਦਾ ਹੈ, ਤੂੰ ਕੇਵਲ ਉਸਦੀ ਆਵਾਜ਼ ਹੀ ਸੁਣਦਾ ਹੈ, ਪਰ ਇਹ ਨਹੀਂ ਜਾਣਦਾ ਕਿ ਕਿੱਧਰੋਂ ਆਉਂਦੀ ਹੈ ਤੇ ਕਿੱਧਰ ਨੂੰ ਜਾਂਦੀ ਹੈ। ਇਹੋ ਹਾਲ ਉਸ ਆਦਮੀ ਦਾ ਹੈ ਜੋ ਪਵਿੱਤਰ ਆਤਮਾ ਤੋਂ ਜਨਮਿਆ ਹੈ। ਨਿਕੋਦੇਮਸ ਨੇ ਪੁੱਛਿਆ, ਇਹ ਸਭ ਕਿਸ ਤਰ੍ਹਾਂ ਹੋ ਸਕਦਾ ਹੈ? ਯੀਸ਼ੂ ਨੇ ਉੱਤਰ ਵਿੱਚ ਕਿਹਾ, ਤੂੰ ਇਜ਼ਰਾਈਲ ਦਾ ਇੱਕ ਗੁਰੂ ਹੋ ਕੇ ਵੀ ਇਹ ਨਹੀਂ ਸਮਝਦਾ? ਮੈਂ ਤੈਨੂੰ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ, ਅਸੀਂ ਜੋ ਜਾਣਦੇ ਹਾਂ ਉਹੀ ਕਹਿੰਦੇ ਹਾਂ, ਤੇ ਜੋ ਅਸੀਂ ਦੇਖਿਆ ਹੈ ਉਸ ਦੀ ਗਵਾਹੀ ਦਿੰਦੇ ਹਾਂ, ਪਰ ਤੁਹਾਡੇ ਵਿੱਚੋਂ ਕੋਈ ਵੀ ਸਾਡੀ ਗਵਾਹੀ ਸਵੀਕਾਰ ਨਹੀਂ ਕਰਦਾ। ਜਦੋਂ ਕਿ ਮੈਂ ਤੁਹਾਡੇ ਨਾਲ ਇਸ ਸੰਸਾਰ ਦੀਆਂ ਗੱਲਾਂ ਕੀਤੀਆਂ ਹਨ,
ਤਾਂ ਤੁਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਰਹੇ ਹੋ। ਫਿਰ ਜੇਕਰ ਮੈਂ ਸਵਰਗ ਦੀਆਂ ਗੱਲਾਂ ਕਰਾਂਗਾ ਤਾਂ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰੋਗੇ? ਕੋਈ ਸਵਰਗ ਉੱਤੇ ਨਹੀਂ ਚੜਿਆ ਸਿਵਾਏ ਮਨੁੱਖ ਦੇ ਪੁੱਤਰ ਦੇ, ਜਿਹੜਾ ਸਵਰਗ ਤੋਂ ਉਤਰਿਆ ਹੈ। ਆਮੀਨ। ਹਾਂਜੀ, ਸੋ ਸਿਸਟਰ ਜੀ ਇਹਦੀਆਂ 17 ਆਇਤਾਂ ਤੱਕ ਪੜ੍ਹ ਦਿਓ। ਅੱਛਾ ਜੀ। ਹਾਂਜੀ। ਜਿਸ ਤਰ੍ਹਾਂ ਮੂਸਾ ਨੇ ਜੰਗਲ ਵਿੱਚ ਕਹੇ ਦੇ ਸੱਪ ਨੂੰ ਲੱਕੜੀ ਉੱਤੇ ਉੱਚਾ ਚੜਾਇਆ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਜ਼ਰੂਰ ਉੱਚਾ ਕੀਤਾ ਜਾਵੇਗਾ, ਤਾਂ ਜੋ ਹਰ ਕੋਈ ਜੋ ਉਸ ਉੱਤੇ ਵਿਸ਼ਵਾਸ ਕਰੇ ਅਨੰਤ ਜੀਵਨ ਪ੍ਰਾਪਤ ਕਰੇ। ਕਿਉਂਕਿ ਪਰਮੇਸ਼ਰ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਉਹ ਸਾਰੇ ਜਿਹੜੇ ਉਸ ਉੱਤੇ ਵਿਸ਼ਵਾਸ ਕਰਨ ਨਾਸ਼ ਨਾ ਹੋਣ, ਸਗੋਂ ਅਨੰਤ ਜੀਵਨ ਪ੍ਰਾਪਤ ਕਰਨ। ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਘੱਲਿਆ ਕਿ ਉਹ ਸੰਸਾਰ ਨੂੰ ਦੰਡ ਦੇਵੇ, ਸਗੋਂ ਇਸ ਲਈ ਕਿ ਸੰਸਾਰ ਨੂੰ ਮੁਕਤੀ ਦੇਵੇ। ਆਮੀਨ। ਸੋ ਇਸ ਦੇ ਨਾਲ ਤੁਸੀਂ ਖਾਸ ਕਰਕੇ ਜਿਹੜੇ ਭੈਣ ਭਰਾ ਪ੍ਰਭੂ ਦਾ ਵਚਨ ਦਾ ਪ੍ਰਚਾਰ ਕਰਦੇ ਆ, ਇਸ ਦੇ ਨਾਲ ਹੁਣ ਜਿਹੜਾ ਤੀਸਰਾ ਹਿੱਸਾ ਤੁਸੀਂ ਲਿਖ ਸਕਦੇ ਆ ਉਹ ਹੈ ਜੈਨੇਸਿਸ ਦਾ ਉਤਪਤ ਦਾ ਤੀਸਰਾ ਭਾਵ, ਉਸ ਦੀ 1 ਆਇਤ ਤੋਂ ਲੈ ਕੇ ਔਰ ਉਸ ਦੀਆਂ ਪਹਿਲੀਆਂ 18 ਆਇਤਾਂ ਉਤਪਤ ਦੀਆਂ। ਸੋ ਇੱਥੇ ਸਾਨੂੰ ਇਹ ਦੱਸਿਆ ਗਿਆ, ਅਗਰ 14ਵੀਂ ਆਇਤ ਵਿੱਚ ਦੇਖੀਏ ਧਿਆਨ ਦੇ ਨਾਲ, ਸੋ ਨਿਕੋਦੇਮਸ ਕਿਸ ਕੰਮ ਦੇ ਲਈ ਆਇਆ? ਮੁਕਤੀ ਦੇ ਲਈ, ਕਿਉਂਕਿ ਉਹ ਜਾਣਦਾ ਆ ਕਿ ਜਿਹੜਾ ਅਬਰਾਹਮ ਦੇ ਨਾਲ ਜਿਹੜਾ ਨੇਮ ਸੀ ਉਹ ਤਾਂ ਪੂਰਾ ਹੋ ਚੁੱਕਾ ਹੈ, ਉਹ ਤਾਂ ਪੂਰਾ ਹੋ ਚੁੱਕਾ ਹੈ। ਔਰ ਉਹ ਕਿਸ ਨੇਮ ਦਾ ਇੰਤਜ਼ਾਰ ਕਰਦਾ ਪਿਆ ਸੀ? ਜਿਹੜਾ ਆਦਮ ਦੇ ਨਾਲ ਬਣਿਆ, ਜੋ ਆਦਮ ਦੇ ਸਰਾਫ ਦੇ ਵਿੱਚ ਛੁਪਿਆ ਸੀ, ਇਸ ਲਈ ਆਦਮ ਨੂੰ ਕਰਸ ਮਿਲੀ ਸੀ ਜਿਹੜਾ ਉਸ ਦੇ ਵਿੱਚ ਛੁਪਿਆ ਸੀ। ਉਸ ਦਾ ਇੰਤਜ਼ਾਰ ਕਰਦਾ, ਉਹ ਉਸ ਮਸੀਹ ਦਾ ਇੰਤਜ਼ਾਰ, ਮਸਾਇਆ ਜਿਹਨੂੰ ਉਹ ਕਹਿੰਦੇ ਜਿਹੜਾ, ਉਸ ਦਾ ਇੰਤਜ਼ਾਰ ਕਰਦੇ ਪਏ ਸੀ। ਸੋ ਇੱਥੇ ਕੀ ਹੋ ਰਿਹਾ? ਇੱਥੇ ਇਹ ਹੋ ਰਿਹਾ, ਪ੍ਰਭੂ ਯਿਸੂ ਮਸੀਹ ਨੇ ਜਿੱਥੋਂ ਅਸੀਂ ਆਏ ਆ 21ਵੇਂ ਭਾਵ ਤੋਂ ਜਿੱਥੋਂ ਅਸੀਂ ਉੱਠ ਕੇ ਆਏ, ਅਸੀਂ 4 ਆਇਤ ਤੋਂ ਲੈ ਕੇ 11 ਆਇਤ ਤੱਕ ਉੱਥੇ ਦੇਖਿਆ, ਪ੍ਰਭੂ ਯਿਸੂ ਮਸੀਹ ਨੇ ਉਹ ਹਿੱਸਾ ਲਿਆ। ਉੱਥੇ ਕੀ ਹੋ ਰਿਹਾ ਸੀ? ਉੱਥੇ ਲੋਕ ਬੁੜਬੁੜਾ ਕੇ ਉਹਨਾਂ ਨੇ ਪਾਪ ਕੀਤਾ, ਔਰ ਪ੍ਰਭੂ ਨੇ ਉੱਥੇ ਜ਼ਹਿਰੀਲੇ ਸੱਪ ਕਰ ਲਏ ਜੋ ਉਹਨਾਂ ਨੂੰ ਲੜਦੇ ਸੀ ਔਰ ਮਰ ਜਾਂਦੇ ਸੀ। ਜਿਹਨੂੰ ਵੀ ਲੜਦਾ ਸੀ ਉਹ ਮਰ ਜਾਂਦੇ ਸੀ। ਉਹਨਾਂ ਨੇ ਮੂਸਾ ਦੇ ਅੱਗੇ ਆ ਕੇ ਦੁਆ ਕੀਤੀ, ਦੇਖ ਅਸੀਂ ਗਲਤੀ ਹੋ, ਫੇਰ ਗਲਤੀ ਹੋ ਗਈ, ਅਸੀਂ ਪ੍ਰਭੂ ਦੇ ਖਿਲਾਫ ਵੀ ਪਾਪ ਕੀਤਾ ਤੇ ਤੇਰੇ ਖਿਲਾਫ ਵੀ ਪਾਪ ਕੀਤਾ, ਕੁਛ ਕਰ। ਤੇ ਉਸਨੇ ਕਿਹਾ ਕਿ ਠੀਕ ਹੈ, ਤੂੰ ਏਦਾਂ ਕਰ, ਇੱਕ ਲੱਕੜੀ ਦੇ ਉੱਤੇ ਕਹੇ ਦਾ ਸੱਪ ਬਣਾ ਕੇ, ਜਿਹੜਾ ਉਸ ਸੱਪ ਦੇ ਵੱਲ ਦੇਖੇਗਾ, ਜਦੋਂ ਉਸਦੇ ਸੱਪ ਲੜੇ ਤਾਂ ਉਸ ਸੱਪ ਉਹ ਉਸ ਕਹੇ ਦੇ ਸੱਪ ਵੱਲ ਦੇਖੇਗਾ ਤੇ ਉਸ ਨੂੰ ਉਹ ਮਰੇਗਾ, ਉਹ ਮਰੇਗਾ। ਪ੍ਰਭੂ ਯਿਸੂ ਮਸੀਹ ਇੱਥੇ ਕੀ ਕਹਿ ਰਿਹਾ ਹੈ ਕਿ ਜਿਹੜਾ ਸੱਪ ਦੀ, ਜਿਸ ਸੱਪ ਨੇ ਤੈਨੂੰ ਡੰਗਿਆ ਆ ਨਾ, ਉਹ ਅਦਨ ਦੇ ਬਾਗ ਵਾਲਾ ਹੈ। ਤੂੰ ਉਹਦੇ ਬਾਰੇ ਮੈਨੂੰ ਪੁੱਛਣਾ, ਉਹਦਾ ਇਲਾਜ ਜਿਹੜਾ ਹੈ ਮੇਰੇ ਨਾਲ ਜੈਨੇਸਿਸ ਦੇ ਵਿੱਚ ਆ ਜਾਓ। ਅਸੀਂ ਸਿਰਫ ਸਾਨੂੰ ਉਸ ਕਹਾਣੀ ਦਾ ਪਤਾ ਹੈ, ਲੇਕਿਨ ਜਿਹੜਾ ਮੈਂ ਤੁਹਾਨੂੰ ਦਿੱਤਾ ਹੈਗਾ ਉਹ ਤੁਸੀਂ ਉਸ ਨੂੰ 1 ਆਇਤ ਤੋਂ ਲੈ ਕੇ ਤੀਸਰਾ ਭਾਵ ਜੈਨੇਸਿਸ ਦਾ, ਉਸ ਦੀ 1 ਆਇਤ ਤੋਂ ਲੈ ਕੇ 20 ਆਇਤ ਤੱਕ ਜਿਹੜਾ ਉਹ ਜਿਹੜੀਆਂ ਆਪਣੇ ਨੋਟਸ ਆ ਉਹਦੇ ਵਿੱਚ ਇਹ ਲਿਖੋ। ਮਨੁੱਖ ਦਾ ਪਾਪ ਵਿੱਚ ਡਿੱਗਣਾ। ਪ੍ਰਭੂ ਜੀ ਤੁਹਾਨੂੰ 13 ਆਇਤਾਂ ਦੇ ਵਿੱਚ ਅਸੀਂ ਨਹੀਂ ਜਾਣਾ, ਕਿਉਂਕਿ ਉਸ ਬਹੁਤ ਲੱਗ ਜਾਣਾ। ਸਾਨੂੰ ਇਸ ਸਟੋਰੀ ਦਾ ਪਤਾ, ਅਸੀਂ ਇਸ ਨੂੰ ਦੇਖ ਚੁੱਕੇ ਹਾਂ। ਤੇ ਤੂੰ ਫਲ ਕਿਉਂ ਖਾਦਾ? ਉਹ ਕਹਿੰਦੀ, ਉਸਨੇ ਕਿਹਾ ਕਿ ਭਾਈ ਆਹ ਜਿਹੜੀ ਤੂੰ ਮੈਨੂੰ ਦਿੱਤੀ ਆ, ਇਹਨੇ ਦਿੱਤਾ, ਮੈਂ ਖਾ ਲਿਆ। ਉਹ ਉਹਨੂੰ ਪੁੱਛਿਆ ਕਿ ਤੂੰ ਕਿਉਂ ਖਾਦਾ, ਤੂੰ ਇਹਨੂੰ ਕਿਉਂ ਦਿੱਤਾ? ਕਹਿੰਦੀ ਸੱਪ ਨੇ ਮੈਨੂੰ ਦਿੱਤਾ ਤੇ ਮੈਂ ਖਾ ਲਿਆ, ਮੈਂ ਵੀ ਖਾਦਾ ਤੇ ਮੈਂ ਇਹਨੂੰ ਵੀ ਦੇ ਦਿੱਤਾ। ਸੋ ਸਾਡੀ ਕੋਈ ਗਲਤੀ। ਉਹ ਕਹਿੰਦਾ ਉਹਨੇ ਸਾਰਾ ਆਪਣਾ ਜਿਹੜਾ ਬਲੇਮ ਸੀਗਾ ਉਹ ਈਵ ਦੇ ਉੱਤੇ, ਹਵਾ ਤੇ ਪਾਤਾ। ਹਵਾ ਨੇ ਆਪਣਾ ਸਾਰਾ
ਉਹਨੇ ਉਹਦਾ ਵੀ ਤੇ ਆਪਣਾ ਵੀ ਦੋਨਾਂ ਨੂੰ ਜੋੜ ਕੇ ਸੱਪ ਦੇ ਉੱਤੇ ਪਾ ਦਿੱਤਾ। ਲੇਕਿਨ ਹੁਣ ਉਹਨਾਂ ਨੂੰ 14 ਆਇਤ ਤੋਂ ਅਸੀਂ ਦੇਖਦੇ ਹਾਂ, 14 ਤੋਂ ਲੈ ਕੇ 20 ਆਇਤ ਤੱਕ ਸਿਸਟਰ ਜੀ ਪੜ੍ਹਦੇ। ਹਾਂਜੀ, ਪਰਮੇਸ਼ਰ ਦਾ ਉਹਨਾਂ ਨੂੰ ਸਜ਼ਾ ਦੇਣਾ। ਪ੍ਰਭੂ ਪਰਮੇਸ਼ਰ ਨੇ ਸੱਪ ਨੂੰ ਕਿਹਾ, ਕਿਉਂਕਿ ਤੂੰ ਸਭ ਦੀ ਜੜ ਹੈ, ਤੂੰ ਸਭ ਘਰੇਲੂ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਵਿੱਚ ਸਭ ਤੋਂ ਅਧਿਕ ਸਰਾਪੀ ਠਹਿਰੇਗਾ। ਤੂੰ ਢਿੱਡ ਭਾਰ ਚੱਲੇਗਾ ਤੇ ਜੀਵਨ ਭਰ ਮਿੱਟੀ ਖਾਵੇਂਗਾ। ਮੈਂ ਤੇਰੇ ਅਤੇ ਔਰਤ ਵਿੱਚ, ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਉਹ ਤੇਰੀ ਸਿਰੀ ਫੇਵੇਗੀ ਅਤੇ ਤੂੰ ਉਸਦੀ ਅੱਡੀ ਡੰਗੇਗਾ। ਪ੍ਰਭੂ ਪਰਮੇਸ਼ਰ ਨੇ ਔਰਤ ਨੂੰ ਕਿਹਾ, ਮੈਂ ਤੇਰੇ ਗਰਭ ਦੀ ਪੀੜ ਵਧਾਵਾਂਗਾ, ਤੂੰ ਪੀੜ ਦੇ ਵਿੱਚ ਬੱਚੇ ਜੰਮੇਗੀ, ਪਰ ਤੇਰੀ ਚਾਹ ਫਿਰ ਵੀ ਤੇਰੇ ਪਤੀ ਵੱਲ ਹੋਵੇਗੀ, ਜੋ ਤੇਰੇ ਤੇ ਰਾਜ ਕਰੇਗਾ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਕਿਹਾ, ਕਿਉਂਕਿ ਤੂੰ ਆਪਣੀ ਪਤਨੀ ਦੀ ਗੱਲ ਮੰਨੀ ਅਤੇ ਮੇਰੇ ਮਨਾ ਕੀਤੇ ਰੁੱਖ ਦਾ ਫਲ ਖਾਧਾ, ਤੇਰੇ ਕਾਰਨ ਧਰਤੀ ਸਰਾਪਤ ਹੋਈ ਹੈ। ਤੂੰ ਕੜੀ ਮਿਹਨਤ ਨਾਲ ਇਸ ਤੋਂ ਜੀਵਨ ਭਰ ਖਾਏਗਾ। ਇੱਥੋਂ ਦੇ ਪੜ੍ਹਨਾ ਪਾਸੇ। ਹਾਂਜੀ ਠੀਕ ਹੈ, ਚਲੋ ਠੀਕ ਹੈ। ਲੇਕਿਨ ਹੁਣ ਅਸੀਂ ਕੀ ਦੇਖਦੇ ਪਏ ਹਾਂ, ਸਾਡਾ ਜਿਹੜਾ ਜ਼ਿਆਦਾ ਧਿਆਨ ਆ 14 ਤੇ 15 ਆਇਤ ਦੇ ਉੱਤੇ, ਕਿਉਂਕਿ 14-15 ਆਇਤ ਦੇ ਵਿੱਚ ਉਹਨਾਂ ਨੂੰ ਜਿਹੜਾ ਸਰਾਪ ਮਿਲਿਆ, ਤੇ ਸਭ ਤੋਂ ਪਹਿਲਾਂ ਪ੍ਰਭੂ ਨੇ ਸੱਪ ਨੂੰ ਕਿਹਾ ਕਿ ਕਿਉਂਕਿ ਤੂੰ ਸਭ ਦੀ ਜੜ ਹੈ, ਤੂੰ ਸਭ ਘਰੇਲੂ ਤੇ ਪਸ਼ੂਆਂ ਤੇ ਜੰਗਲੀ ਜਾਨਵਰਾਂ ਵਿੱਚ ਸਭ ਤੋਂ ਅਧਿਕ ਸਰਾਪੀ ਠਹਿਰੇਗਾ। ਤੂੰ ਢਿੱਡ ਭਾਰ ਚੱਲੇਗਾ ਤੇ ਜੀਵਨ ਭਰ ਮਿੱਟੀ ਖਾਵੇਂਗਾ। ਮਿੱਟੀ ਖਾਣ ਦਾ ਕੀ ਮਤਲਬ ਹੁੰਦਾ ਕਿ ਤੇਰੀ ਹਾਰ ਤੋਂ ਬਾਅਦ ਹਾਰ ਹੋਈ। That's what, ਸੱਪ ਮਿੱਟੀ ਨਹੀਂ ਖਾਂਦਾ। ਮਿੱਟੀ ਖਾਣ ਦਾ ਮਤਲਬ ਹੁੰਦਾ ਕਿ ਤੇਰਾ ਜਿਹੜਾ ਮੂੰਹ ਆ ਉਹ ਮਿੱਟੀ ਦੇ ਵਿੱਚ ਹੀ ਰਹੇ। ਔਰ ਇੱਥੇ ਜਿਹੜਾ ਸਰਾਪ ਮਿਲਦਾ ਪਿਆ ਉਹ ਇੱਕ ਫਰਿਸ਼ਤੇ ਨੂੰ ਮਿਲਦਾ ਪਿਆ, ਨਾ ਕਿ ਸੱਪ ਨੂੰ। ਸੱਪ ਨੂੰ ਉਸਨੇ ਵਰਤਿਆ ਹੈ, ਉਸਨੇ ਵਰਤਿਆ ਹੈ। ਜਿਹੜਾ ਸਰਾਪ ਮਿਲਦਾ ਪਿਆ ਉਹ ਸ਼ੈਤਾਨ ਨੂੰ। ਇੱਕ ਫਰਿਸ਼ਤਾ ਜਿਹੜਾ ਸਭ ਤੋਂ ਸੁੰਦਰ, ਜਿਸ ਤੋਂ ਅਸੀਂ ਜਿਸਲੇ ਉੱਥੇ ਜਾਵਾਂਗੇ ਦੇਖਾਂਗੇ ਕਿ ਜਿਸ ਦਾ ਬੀਇੰਗ ਹੀ ਆਪਣੇ ਆਪ ਚ ਬੀਇੰਗ ਹੀ ਉਸ ਦਾ ਮਿਊਜ਼ਿਕ, ਔਰ ਜਿਹੜਾ ਸੁੰਦਰਤਾ ਦੇ ਨਾਲ ਭਰਿਆ, ਉਸ ਨੂੰ ਸਰਾਪ ਮਿਲਦਾ। ਤੂੰ ਜੀਵਨ ਭਰ ਮਿੱਟੀ ਖਾਏਗਾ, ਹਰ ਚੀਜ਼ ਤੇਰੀ ਹਾਰ ਹੋਈ। ਤੂੰ ਕੁछ समय ਦੇ ਲਈ ਜਿੱਤੇਗਾ ਥੋੜਾ ਬਹੁਤਾ, ਲੇਕਿਨ ਫਿਰ ਤੂੰ ਹਾਰ ਕਰੇਂਗੇ ਔਰ ਬਾਰ-ਬਾਰ ਤੂੰ ਹਾਰ ਕਰ। ਸੋ ਇੱਥੋਂ ਉਸਨੂੰ ਜਿਹੜਾ ਸੀ ਉਸਨੂੰ ਕੱਢ ਦਿੱਤਾ ਗਿਆ ਔਰ ਉਸਦੇ ਲਈ ਕੋਈ ਮੁਕਤੀ ਨਹੀਂ, ਫਰਿਸ਼ਤਿਆਂ ਦੇ ਲਈ ਕੋਈ ਨਹੀਂ। ਕਿਉਂ? ਕਿਉਂਕਿ ਪ੍ਰਭੂ ਦੀ ਮਹਿਮਾ ਨੂੰ ਦੇਖਦੇ, ਪ੍ਰਭੂ ਦੀ ਮਹਿਮਾ ਦੇ ਵਿੱਚ ਰਹਿੰਦੇ। ਉਹਨਾਂ ਨੂੰ ਪਤਾ ਆ ਕਿ ਪ੍ਰਭੂ ਕੌਣ ਆ। ਅਸੀਂ ਮਿੱਟੀ ਤੋਂ ਬਣਾਏ ਗਏ, ਅਸੀਂ ਮਿੱਟੀ ਤੋਂ ਬਣਾਏ ਗਏ। ਜਿਹੜੀ ਸਾਡੀ ਨੌਲੇਜ ਆ, ਜਿੰਨਾ ਮਰਜ਼ੀ ਸਾਡੇ ਕੋਲ ਨੌਲੇਜ ਹੋਵੇ, ਸਾਡੇ ਕੋਲ ਉਹ ਨੌਲੇਜ ਪ੍ਰਭੂ ਦੀ ਨਹੀਂ ਜੋ ਫਰਿਸ਼ਤਿਆਂ ਦੇ ਕੋਲ। ਸੋ ਉਹਨਾਂ ਦੇ ਲਈ ਮਾਫੀ ਨਹੀਂ, ਫਰਿਸ਼ਤਿਆਂ ਦੇ ਲਈ ਕੋਈ ਮਾਫੀ ਨਹੀਂ। ਅਗਰ ਉਹ ਪਾਪ ਚ ਡਿੱਗ ਜਾਂਦੇ ਆ ਦੇ ਡਨ। ਸਾਡੇ ਲਈ ਮਾਫੀ ਕਿਉਂਕਿ ਅਸੀਂ ਮਿੱਟੀ ਦੇ ਬਣੇ। ਔਰ ਇਹਨਾਂ ਚੀਜ਼ਾਂ ਨੂੰ ਅੱਗੇ ਜਾ ਕੇ ਹੋਰ ਦੇਖਾਂਗੇ, ਜਿੱਦਾਂ ਆਪਾਂ ਵੱਧਦੇ ਜਾਵਾਂਗੇ ਇਹਨਾਂ ਚੀਜ਼ਾਂ ਨੂੰ ਖੋਲਦੇ ਜਾਵਾਂਗੇ। ਮੈਂ ਤੇਰੇ ਅਤੇ ਔਰਤ ਦੇ ਵਿੱਚ ਅਤੇ ਤੇਰੀ ਸੰਤਾਨ ਤੇ ਔਰਤ ਦੀ ਸੰਤਾਨ ਦੇ ਵਿੱਚ ਪੈਰ ਪਾਵਾਂਗਾ। ਉਹ ਤੇਰੀ ਸਿਰੀ ਫੇਵੇਗੀ ਅਤੇ ਤੂੰ ਉਸਦੀ ਅੱਡੀ ਡੰਗੇਗਾ। ਸੋ ਜਿਸ ਲਈ ਅਸੀਂ ਪ੍ਰਭੂ ਯਿਸੂ ਮਸੀਹ ਨੇ ਇੱਥੇ ਕੀ ਕਿਹਾ ਹੈ, ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਿੱਥੇ ਅਸੀਂ ਪੜ੍ਹਦੇ ਪਏ ਸੀਗੇ ਤੀਸਰਾ ਭਾਗ ਜਿਹੜਾ ਅਸੀਂ ਦੇਖਦੇ ਪਏ ਸੀ ਯਹੋਨਾ ਦਾ, ਉੱਥੇ ਪ੍ਰਭੂ ਯਿਸੂ ਮਸੀਹ ਇਹ ਗੱਲ ਜਿਹੜੀ ਕਰਦੇ ਪਏ ਆ, ਇਹ ਨਿਕੋਦੀਮਸ ਦੇ ਨਾਲ ਕਰਦੇ ਪਏ ਆ। 14ਵੀਂ ਆਇਤ ਦੇ ਵਿੱਚ ਦੇਖੋ ਕੀ ਕਹਿ ਰਹੇ ਆ। ਔਰ ਇਹ ਵੀ ਬੜੀ ਅਜੀਬ ਚੀਜ਼ ਆ ਕਿ ਉੱਥੇ ਵੀ 14ਵੀਂ-15ਵੀਂ ਆਇਤ ਆ ਤੇ ਇੱਥੇ ਵੀ 14ਵੀਂ-15ਵੀਂ ਆਇਤ। ਉਹ ਵੀ ਤੀਸਰਾ ਭਾਵ ਹੈ, ਇਹ ਵੀ ਤੀਸਰਾ ਭਾਵ ਹੈ। ਜਿਸ ਤਰ੍ਹਾਂ ਮੂਸਾ ਨੇ ਜੰਗਲ ਦੇ ਵਿੱਚ ਕਹੇ ਦੇ ਸੱਪ ਨੂੰ ਲੱਕੜੀ ਤੇ ਉੱਚਾ ਚੜਾਇਆ, ਉਹਦਾ ਕੀ ਹੋਇਆ? ਜਿਹੜਾ ਵੀ ਉਸ ਸੱਪ ਵੱਲ ਦੇਖਦਾ ਸੀ ਉਸ ਨੂੰ ਜ਼ਹਿਰ ਨਹੀਂ ਸੀ ਚੜ੍ਹਦੀ, ਉਹ ਮਰਦਾ ਨਹੀਂ ਸੀ, ਉਹ ਮਰਦਾ ਨਹੀਂ ਸੀ। ਉਸੇ ਹੀ ਤਰ੍ਹਾਂ ਜਿਹੜਾ ਉਸ ਨੂੰ ਦੇਖਦਾ ਸੀ, ਜਿਹੜਾ ਆਪਣੀ ਨਜ਼ਰ ਉਹਦੇ ਵੱਲ ਲਾਉਂਦਾ ਸੀ, ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਜ਼ਰੂਰ ਉੱਚਾ ਕੀਤਾ ਜਾਵੇਗਾ, ਤਾਂ ਜੋ ਹਰ ਕੋਈ ਜੋ ਉਸ ਤੇ ਵਿਸ਼ਵਾਸ ਕਰੇ ਅਨੰਤ ਜੀਵਨ।
ਉਹਦੇ ਤੇ ਵਿਸ਼ਵਾਸ ਕਰਨ ਵਾਲੇ ਨੂੰ ਸਿਰਫ ਧਰਤੀ ਦੀ ਜ਼ਿੰਦਗੀ ਦੇ ਵਿੱਚ ਵਾਧਾ ਮਿਲਦਾ ਸੀ ਬਸ। ਮਰਨਾ ਉਹਨਾਂ ਨੇ ਫਿਰ ਵੀ ਉੱਥੇ ਹੀ ਸੀ, ਜ਼ਿੰਦਗੀ ਦੇ ਵਿੱਚ ਵਾਧਾ ਹੋ ਜਾਂਦਾ ਸੀ, ਬਾਕੀ ਰਹਿੰਦਾ ਸੀ। ਪਰ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਵੱਲ ਨੂੰ ਤੱਕਦਾ, ਉਹਦੀ ਉਸ ਸਲੀਬ ਦੇ ਵੱਲ ਨੂੰ ਤੱਕਦਾ, ਉਹ ਜਿਹੜਾ ਅਦਨ ਦੇ ਬਾਗ ਦੇ ਵਿੱਚ ਜਿਹੜਾ ਸੱਪ ਸੀ, ਉਸ ਪਾਪ ਤੋਂ ਛੁਟਕਾਰਾ। ਸੋ ਇਹ ਚੀਜ਼ਾਂ ਅਸੀਂ ਦੇਖਦੇ, ਜਦੋਂ ਅਸੀਂ ਇੱਥੇ ਪਹੁੰਚਾਂਗੇ ਇਸ ਨੂੰ ਅਸੀਂ ਖੋਲ ਕੇ ਦੇਖਾਂਗੇ। ਸੋ ਆਓ ਅਸੀਂ ਪਹੁੰਚ ਚੁੱਕੇ ਹਾਂ ਆਪਣੇ 21ਵੇਂ ਭਾਗ ਦੇ ਵਿੱਚ, ਔਰ ਹੁਣ ਉਹ ਮੁਆਬ ਦੀ ਵਾਦੀ ਦੇ ਵਿੱਚ ਪਹੁੰਚ ਚੁੱਕੀ ਹੈ। 10 ਆਇਤ ਤੋਂ देखिए, 10 आयत तो या 20 आयत जिसमें ਹੋਰ ਪਹਾੜ ਤੋਂ ਮੁਆਬ ਦੀ ਵਾਦੀ ਵਿੱਚ। ਫਿਰ ਇਸਰਾਏਲੀ ਲੋਕਾਂ ਨੇ ਅੱਗੇ ਵੱਧ ਕੇ ਅਬੋਬ ਵਿੱਚ ਜਾ ਕੇ ਡੇਰੇ ਲਾਏ। ਅਬੋਬ ਤੋਂ ਅੱਗੇ ਉਹ ਅਬਰੀਮ ਦੀ ਉਜਾੜ ਵਿੱਚ ਪਹੁੰਚੇ, ਜੋ ਮੁਆਬ ਦੇਸ਼ ਦੇ ਚੜ੍ਹਦੇ ਪਾਸੇ ਵੱਲ ਹੈ। ਉੱਥੋਂ ਅੱਗੇ ਉਹਨਾਂ ਜੜ ਦੀ ਵਾਦੀ ਵਿੱਚ ਜਾ ਕੇ ਡੇਰੇ ਲਾਏ। ਉਸ ਵਾਦੀ ਤੋਂ ਅੱਗੇ ਉਹਨਾਂ ਅਰਨੋਨ ਨਦੀ ਦੇ ਦੂਜੇ ਪਾਸੇ ਜਾ ਕੇ ਡੇਰੇ ਲਾਏ। ਅਰਨੋਨ ਨਦੀ ਅਮੋਰੀ ਲੋਕਾਂ ਦੀਆਂ ਹੱਦਾਂ ਤੱਕ ਜਾਂਦੀ ਹੈ। ਇਹ ਨਦੀ ਅਮੋਰ ਅਤੇ ਮੁਆਬ ਦੀਆਂ ਹੱਦਾਂ ਦੇ ਵਿਚਕਾਰ ਹੈ। ਇਸ ਸੰਬੰਧ ਵਿੱਚ ਪ੍ਰਭੂ ਦੀ ਜੰਗਾਂ ਵਾਲੀ ਪੁਸਤਕ ਵਿੱਚ ਲਿਖਿਆ ਹੈ, ਬਾਹੇਬ ਨਗਰ ਜੋ ਸੁਫਾ ਦੇ ਇਲਾਕੇ ਵਿੱਚ ਹੈ, ਅਰਨੋਨ ਨਦੀ, ਉਸ ਦੇ ਨਾਲ ਵਾਦੀਆਂ ਦੀਆਂ ਜੋ ਆਰ ਨਗਰ ਅਤੇ ਮੁਆਬ ਦੇਸ਼ ਦੀ ਹੱਦ ਤੱਕ ਫੈਲੀਆਂ ਹਨ। ਉਹ ਅੱਗੇ ਬਿਆਰ ਦੀ ਥਾਂ ਪਹੁੰਚੇ, ਜਿੱਥੇ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਲੋਕਾਂ ਨੂੰ ਇੱਥੇ ਇਕੱਠਿਆਂ ਕਰ, ਮੈਂ ਪੀਣ ਲਈ ਪਾਣੀ ਦੇਵਾਂਗਾ। ਉਸ ਸਮੇਂ ਲੋਕਾਂ ਨੇ ਇਹ ਗੀਤ ਗਾਇਆ, ਹੇ ਖੂਹ ਪਾਣੀ ਕੱਢੋ, ਅਸੀਂ ਇਸ ਦੇ ਲਈ ਗੀਤ ਗਾਵਾਂਗੇ। ਖੂਹ ਜੋ ਰਾਜਕੁਮਾਰਾਂ ਨੇ ਅਤੇ ਲੋਕਾਂ ਦੇ ਆਗੂਆਂ ਨੇ ਰਾਜ ਦੰਡ ਅਤੇ ਲਾਠੀਆਂ ਨਾਲ ਪੁੱਟਿਆ, ਉੱਥੋਂ ਮਤਨਾ ਦੀ ਉਜਾੜ ਵੱਲ ਚਲੇ ਗਏ, ਜਿੱਥੋਂ ਅੱਗੇ ਨਹਲੀਏਲ ਤੋਂ ਅਤੇ ਬਾਮੋਥ ਨੂੰ ਗਏ। ਬਾਮੋਥ ਤੋਂ ਅੱਗੇ ਉਹ ਮੁਆਬ ਦੀ ਵਾਦੀ ਅਤੇ ਮਿਸਰ ਦੇ ਪਹਾੜ ਵੱਲ ਗਏ, ਜੋ ਉਜਾੜ ਤੋਂ ਦਿਖਾਈ ਦਿੰਦਾ ਹੈ। ਉਜਾੜ ਦਿਖਾਈ ਦਿੰਦਾ ਹੈ। ਸੋ ਅਸੀਂ ਇਹ ਜਿਹੜਾ ਹਿੱਸਾ ਐਕਚੁਅਲੀ ਪੜ੍ਹਦੇ ਪਏ ਆ ਨਾ, ਇਹ ਥੋੜਾ ਜਿਹਾ ਇਹ ਤੋਂ ਪਿੱਛੇ ਜਾਂਦਾ ਆ। 1400 ਅਸੀਂ ਇਸ ਵੇਲੇ ਉਦੋਂ ਤਾਂ 1423 ਤੇ ਪਹੁੰਚ ਚੁੱਕੇ ਆ। ਇਹ ਜਿਹੜਾ ਹਿੱਸਾ ਆ ਐਕਚੁਅਲੀ ਜਿਸਲੇ 20ਵੇਂ ਹਿੱਸੇ ਦੇ ਵਿੱਚ ਆਉਂਦਾ, ਜਿਸਲੇ ਇਹ ਘੁੰਮਦੇ ਫਿਰਦੇ ਆ ਉਜਾੜ ਦੇ ਵਿੱਚ ਤੁਰੇ ਫਿਰਦੇ, ਜਗ੍ਹਾ ਜਗ੍ਹਾ ਤੇ ਪ੍ਰਭੂ ਇਹਨਾਂ ਨੂੰ ਲੈ ਕੇ ਜਾਂਦਾ। ਇਹਨਾਂ ਨੂੰ ਪ੍ਰਭੂ ਨੇ ਤੋਰ ਹੀ ਰੱਖਿਆ ਕਿ ਤਾਂ ਕਿ ਇਹ ਇੱਕ ਜਗ੍ਹਾ ਤੇ ਬੈਠ ਕੇ, ਕਿਉਂਕਿ ਜਿੱਥੇ ਜ਼ਿਆਦਾ ਬਹਿ ਜਾਂਦੇ ਸੀਗੇ ਫਿਰ ਉੱਥੇ ਇਹ ਆਪਣੇ ਪੁਰਾਣੇ ਕੰਮ ਸ਼ੁਰੂ ਕਰ ਲੈਂਦੇ ਸੀ। ਸੋ ਪ੍ਰਭੂ ਇਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੋਂ ਤੀਜੀ, ਸੋ ਕਿ ਇਹ ਕਿੱਥੋਂ ਅੱਜ ਦਾ ਜਿਹੜਾ ਜੋਰਡਨ ਔਰ ਜਿਹੜਾ ਸੀਰੀਆ ਆ, ਇਹ ਇਹਨਾਂ ਦੋ ਦੇਸ਼ਾਂ ਦੇ ਵਿੱਚ ਮੋਸਟਲੀ ਮੁਆਬੀ ਬਸੇ ਹੋ ਸੀਗੇ, ਔਰ ਮੋਸਟਲੀ ਉਹਨਾਂ ਇਲਾਕਿਆਂ ਦੇ ਵਿੱਚ ਅਦੋਮੀ ਬਸੇ ਹੋ ਸੀਗੇ। ਮੁਆਬੀ ਜਿਹੜੇ ਸੀਗੇ ਉਹ ਲੂਤ ਦੀ ਸੰਤਾਨ ਦੇ ਵਿੱਚੋਂ ਸੀ, ਲੂਤ ਦੀਆਂ ਧੀਆਂ ਦੀਆਂ ਸੰਤਾਨ। ਅਮੋਨੀ ਜਿਹੜੇ ਸੀਗੇ ਉਹ ਬਸੇ ਹੋ ਸੀਗੇ। ਤੋ ਉਸ ਇਲਾਕੇ ਦੇ ਜਿਹੜੇ ਉਹ ਲੋਕ ਸਾਰੇ ਉਹ ਇਧਰਲੇ ਪਾਸੇ ਬਸੇ ਹੋ ਸੀਗੇ। ਇਸ਼ਮਾਇਲ ਦੀ ਜਿਹੜੀ ਔਲਾਦ ਸੀਗੀ ਉਹ ਕੁਛ ਬਸੀ ਹੋਈ ਸੀਗੀ ਉਧਰ ਇਜਿਪਟ ਦੇ ਇਲਾਕੇ ਦੇ ਵੱਲ, ਔਰ ਕੁਛ ਬਸੀ ਹੋਈ ਸੀਗੀ, ਜ਼ਿਆਦਾ ਬਸੀ ਹੋਈ ਸੀਗੀ ਜਿਹੜਾ ਅਸੀਂ ਇਲਾਕਾ ਦੇਖਦੇ ਪਏ ਆ ਸਾਊਦੀ ਅਰੇਬੀਆ ਦਾ, ਜਿਹੜਾ ਅਰੇਬੀਆ ਦਾ ਜਿਹੜਾ ਇਲਾਕਾ ਉਹ ਜ਼ਿਆਦਾ ਇਸ ਇਲਾਕੇ ਦੇ ਵਿੱਚ ਬਸੇ ਹੋਏ ਸੀਗੇ। ਸੋ ਬੇਸਿਕਲੀ ਅਸੀਂ ਸੇਮ ਖਾਨਦਾਨ ਤੋਂ ਇਹ ਸਾਰਿਆਂ ਲੋਕਾਂ ਨੂੰ ਅਸੀਂ ਦੇਖਦੇ ਪਏ। ਇਹ ਉਹੀ ਖਾਨਦਾਨ ਜਿਹੜਾ ਆ ਉਸ ਨੂੰ ਬਣਾਉਂਦਾ ਪਿਆ, ਔਰ ਇਸੇ ਹੀ ਖਾਨਦਾਨ ਦੇ ਜਿਹੜੇ ਲੋਕ ਆ ਉਹ ਜਿਹੜੇ ਉੱਠ ਕੇ ਜਿਹੜੀਆਂ ਉਸ ਦੀਆਂ ਜਿਹੜੀਆਂ 7 ਸੰਤਾਨਾਂ ਉਸ ਦੀਆਂ ਹੋਰ ਸੀਗੀਆਂ ਤੀਸਰੀ ਵਾਈਫ ਤੋਂ ਅਬਰਾਹਮ ਦੀਆਂ, ਕਟੂਰਾ ਦੀਆਂ ਜਿਹੜੀਆਂ ਸੰਤਾਨਾਂ ਸੀ, ਉਹ ਉੱਥੋਂ ਪੁਸ਼ ਕਰਕੇ ਤਾਂ ਉਹਨਾਂ ਨੇ ਇਹ ਜਿਹੜਾ ਸੀ ਮਦਿਆਨ ਦਾ ਇਲਾਕਾ ਉਹਨਾਂ ਨੇ ਵਸਾਇਆ ਸੀਗਾ। ਮਦਿਆਨ ਦੇ ਇਲਾਕੇ ਤੋਂ ਫਿਰ ਉਹ ਪਿੱਛੇ ਨੂੰ ਮੁੜ ਕੇ ਇਧਰਲੇ ਪਾਸੇ ਨੂੰ ਈਰਾਨ ਇਰਾਕ ਦੇ ਇਲਾਕੇ ਨੂੰ ਚਲੇ ਜਾਂਦੇ ਸੀਗੇ, ਔਰ ਈਰਾਨ ਇਰਾਕ ਦੇ ਵਿੱਚ ਉੱਠ ਕੇ ਉਹ ਜਿਹੜੇ ਸੀਗੇ ਉਹ ਚਲੇ ਗਏ ਸੀਗੇ ਈਰਾਨ ਦੇ ਬਾਰਡਰ ਦੇ ਨਾਲ ਹੀ ਅਫਗਾਨਿਸਤਾਨ ਦਾ ਇਲਾਕਾ ਉਹਨਾਂ ਨੇ ਜਾ ਕੇ ਵਸਾਇਆ ਸੀ। ਅਫਗਾਨਿਸਤਾਨ ਤੇ ਜਿਹੜਾ ਅੱਜ ਦਾ ਪਾਕਿਸਤਾਨ ਦਾ ਇਲਾਕਾ ਇਹ ਵਸਾਇਆ ਸੀ, ਔਰ ਬਿਆਸ ਦਰਿਆ ਤੱਕ ਉਹਨਾਂ ਦਾ ਇਲਾਕਾ ਵਸਿਆ ਸੀਗਾ।
ਜਿਹੜਾ ਕਿ ਉਹਨਾਂ ਨੇ ਜਾ ਕੇ ਵਸਾਇਆ ਸੀਗਾ। ਔਰ ਉੱਥੇ ਇਸ ਵੇਲੇ ਜੋ ਕੁਝ ਚੱਲਦਾ ਪਿਆ ਉਹਨਾਂ ਨੂੰ ਉੱਥੇ ਏਰੀਅਨ ਲੋਕ ਕਿਹਾ ਜਾਂਦਾ ਸੀ, ਆਰੀਆ ਲੋਕ ਕਿਹਾ ਜਾਂਦਾ ਸੀ। ਉਹ ਜਿਸ ਤਰ੍ਹਾਂ ਅੱਗ ਦੀ ਪੂਜਾ ਉਹ ਕਰਦੇ ਸੀਗੇ, ਬਲੀਆਂ ਜਿਸ ਤਰ੍ਹਾਂ ਕਿ ਉਹਨਾਂ ਦਾ ਬਜ਼ੁਰਗਾ ਬਲੀਆਂ ਦਿੰਦਾ ਸੀਗਾ, ਉਹਦੇ ਤੋਂ ਅੱਗ ਦੇ ਬਲੀਆਂ ਚੜਾਉਂਦਾ ਹੁੰਦਾ ਸੀਗਾ। ਉਹਨਾਂ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਹਵਨ ਕਰਨੇ ਸ਼ੁਰੂ ਕਰ ਦਿੱਤੇ। ਜਿਹੜੀ ਹਵਨ ਦੀ ਜਿਹੜੀ ਤੁਸੀਂ ਇਹ ਕਹ ਲਓ ਕਿ ਰੀਤ ਉੱਥੋਂ ਸ਼ੁਰੂ ਹੋਈ ਆ। ਵੇਦ ਜਿਹੜੇ ਹੈਗੇ ਆ ਉਹਨਾਂ ਨੇ ਲਿਖੇ ਆ। ਵੇਦਾਂ ਤੋਂ ਬਾਅਦ ਜਿਹੜਾ ਮੇਨ ਜਿਹੜੇ ਧਰਮ ਜਿਹੜੇ ਉਹਨਾਂ ਦੇ ਜ਼ੋਰੋਆਸਟਰੀਜ਼ਮ ਦੇ ਵਿੱਚੋਂ ਉਹ ਮੋਸਟਲੀ ਧਰਮ ਨਿਕਲੇ ਹੈਗੇ ਆ। ਉਹਨਾਂ ਲੋਕਾਂ ਨੇ ਜਾ ਕੇ ਉਹ ਸਾਰੇ ਇਲਾਕੇ ਵਸਾਉਣੇ ਸ਼ੁਰੂ ਕਰ ਦਿੱਤੇ ਹੈਗੇ ਆ। ਔਰ ਉਹ ਇਲਾਕੇ ਜਿਹੜੇ ਜਿੱਥੇ ਉਹ ਵਸੇ ਆ ਇਸ ਵੇਲੇ ਉੱਥੇ ਵੀ ਭਗਦੜ ਮਚੀ। ਉੱਥੇ ਕਾਰਨ ਇਹ ਹੈਗਾ ਕਿ ਉੱਥੇ ਮਹਾਭਾਰਤ ਦਾ ਜਿਹੜਾ ਸਮਾਂ ਹੈ ਉਹ ਚੱਲਦਾ। ਔਰ ਇਧਰਲੇ ਪਾਸੇ ਪ੍ਰਭੂ ਦੀਆਂ ਇੱਧਰ ਜੰਗਾਂ ਚੱਲਦੀਆਂ ਹੋਈਆਂ, ਉਸ ਵੇਲੇ ਉਧਰ ਮਹਾਭਾਰਤ ਦੀ ਜੰਗ ਚੱਲਦੀ। ਸੋ ਆਉਣ ਵਾਲੇ ਦੋਵਾਂ ਸਾਲਾਂ ਦੇ ਵਿੱਚ ਇਸ ਵੇਲੇ ਉੱਥੇ ਜਿਹੜੇ ਪਾਂਡਵ ਆ ਉਹ ਪੰਜਾਬ ਦੇ ਵਿੱਚ ਦਸੂਹੇ ਦੇ ਇਲਾਕੇ ਦੇ ਵਿੱਚ ਜਾ ਕੇ ਲੁਕ ਗਏ। ਉਹਨਾਂ ਦਾ ਅਗਿਆਤਵਾਸ ਚੱਲਦਾ ਜਿਸ ਸਮੇਂ ਦੇ ਵਿੱਚ ਅਸੀਂ ਬੈਠੇ, ਉਹਨਾਂ ਦਾ ਅਗਿਆਤਵਾਸ ਸ਼ੁਰੂ ਹੋ ਗਿਆ। ਔਰ ਉੱਥੇ ਜਿਹੜੇ ਆਰੀਆ ਲੋਕਾਂ ਦੇ ਵਿੱਚੋਂ ਜਿਹੜੇ ਕੌਰਵ ਆ ਉਹਨਾਂ ਦਾ ਇਸ ਵੇਲੇ ਉੱਥੇ ਰਾਜ ਚੱਲਦਾ। ਉਹ ਸਾਰੇ ਇਲਾਕੇ ਤੇ ਉਹਨਾਂ ਦਾ ਰਾਜ ਆ। ਹਰਿਆਣਾ ਜਿਹੜਾ ਹਰਿਆਣੇ ਦਾ ਇਲਾਕਾ ਆ, ਇਹ ਜਿਹੜਾ ਇਲਾਕਾ ਇਹ ਹਸਤਨਾਪੁਰ ਦਾ ਇਲਾਕਾ, ਜਿਹੜੀ ਉਹਨਾਂ ਦੀ ਰਾਜਧਾਨੀ ਸੀ। ਜਿਹੜੇ ਆਰੀਅਨ ਸੀਗੇ ਉਹਨਾਂ ਦੀ ਇਹ ਰਾਜਧਾਨੀ ਸੀ। ਔਰ ਫਿਰ ਜਿਹੜੇ ਬਾਕੀ ਹਿੰਦੁਸਤਾਨ ਦੇ ਜਿਹੜੇ ਇਲਾਕੇ ਸੀ ਉਹਨਾਂ ਦੇ ਨਾਲ ਉਹਨਾਂ ਦੀਆਂ ਸੰਧੀਆਂ ਸੀ। ਸੋ ਅਸੀਂ ਜਿਸ ਲਈ ਉੱਥੇ ਪਹੁੰਚਾਂਗੇ ਤਾਂ ਅਸੀਂ ਥੋੜੀ ਦੇਰ ਇੱਕ ਦਿਨ ਉੱਥੇ ਪੂਰੇ ਦਾ ਪੂਰਾ ਆਪਣੇ ਇੰਡੀਆ ਦਾ ਇਤਿਹਾਸ ਦੇਖਾਂਗੇ, ਕਿਉਂਕਿ ਇੱਕ ਐਸਾ ਦਿਨ ਆਉਣਾ ਜਿਹੜਾ ਦੋਨਾਂ ਦੇ ਵਿੱਚ ਸਾਂਝਾ ਹੈ। ਦੋਨਾਂ ਲੜਾਈਆਂ ਦੇ ਵਿੱਚ ਇੱਕ ਦਿਨ ਐਸਾ ਹੈ ਜਿਹੜਾ ਸਾਂਝਾ ਹੈ। ਸੋ ਜਿਹੜਾ ਬੰਦਾ ਦੱਸੇਗਾ ਉਹਦੇ ਲਈ ਖਾਸ ਇੱਕ ਚੀਜ਼ ਰੱਖੀ ਹੈ ਮੇਰੇ ਦੱਸਣ ਤੋਂ ਪਹਿਲਾਂ। ਸਾਡੇ ਕੋਲ ਟਾਈਮ ਹੈਗਾ। ਇੱਕ ਦਿਨ ਲੜਾਈ ਦਾ ਐਸਾ ਆ ਜਿਹੜਾ ਦੋਨਾਂ ਦੇ ਲਈ ਸਾਂਝਾ। ਉਧਰ ਮਹਾਭਾਰਤ ਦੀ ਲੜਾਈ ਦੇ ਵਿੱਚ ਵੀ ਉਹ ਦਿਨ ਤੇ ਉਹ ਇਹਨਾਂ ਦੀਆਂ ਲੜਾਈਆਂ ਦੇ ਵਿੱਚ ਵੀ ਉਹ ਦਿਨ। ਸੋ ਅਸੀਂ ਇਹ ਲਾਸਟ ਟਾਈਮ ਸਿੰਪਲ ਸੋਚੋ। ਸੋ ਹੁਣ ਅਸੀਂ ਇੱਥੇ ਜਿੱਥੇ ਪਹੁੰਚ ਚੁੱਕੇ ਹਾਂ, ਅਸੀਂ ਦੇਖਦੇ ਪਏ ਕਿ ਬਾਕੀ ਦੀ ਦੁਨੀਆ ਦੇ ਵਿੱਚ ਕੀ ਹੋ ਗਿਆ। ਸੋ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ ਉਹ ਜਿਹੜਾ 1461 ਤੋਂ ਲੈ ਕੇ 1423 ਦੇ ਵਿੱਚ ਦਾ ਜਿਹੜਾ ਸਮਾਂ ਆ ਉਹਦੀ ਥੋੜੀ ਜਿਹੀ ਸਮਰੀ ਇਹ ਦਿੱਤੀ ਗਈ ਹੈ। ਔਰ ਇਹ ਸਮਰੀ ਕੀ ਆ ਕਿ ਬੇਸਿਕਲੀ ਜਿਹੜਾ ਅਸੀਂ ਮੈਪ ਦੇਖਿਆ ਸੀ, ਲੈਟ ਮੀ ਸ਼ੋ ਯੂ ਅਗੇਨ। So, I'll go this way. So, mostly ਸਾਨੂੰ ਕਿਹੜਾ ਇਲਾਕਾ ਦਿਖਾਇਆ ਗਿਆ? ਆ ਸਾਊਦੀ ਅਰਬ ਦਾ ਇਲਾਕਾ ਆ ਜੋਰਡਨ ਦਾ ਇਲਾਕਾ ਆ। ਆਹ ਮੋਸਟਲੀ ਜੋਰਡਨ ਜਿਹੜਾ ਇੱਥੇ ਤੱਕ ਜਿਹੜਾ ਜੋਰਡਨ ਆ, ਇੱਥੇ ਸੀਰੀਆ ਆ ਜਾਂਦਾ। ਠੀਕ, ਸੋ ਆਹ ਜਿਹੜੇ ਇਲਾਕੇ ਦੇ ਵਿੱਚ ਇੱਥੇ ਬਸ ਇਹਨਾਂ ਇਲਾਕਿਆਂ ਦੇ ਵਿੱਚ ਉਹ ਘੁੰਮਦੇ ਫਿਰਦੇ ਆ। ਪ੍ਰਭੂ ਨੇ ਉਹਨਾਂ ਨੂੰ ਇੱਕ ਜਗ੍ਹਾ ਤੇ ਟਿਕ ਕੇ ਬਹਿਣ ਨਹੀਂ ਦਿੱਤਾ ਕਦੀ, ਉਹਨਾਂ ਨੂੰ ਤੋੜ ਰੱਖਿਆ। ਔਰ ਇਹਨਾਂ ਇਲਾਕਿਆਂ ਦੇ ਵਿੱਚ ਉਹ ਘੁੰਮਦੇ ਫਿਰਦੇ ਆ। ਬੇਸਿਕਲੀ ਦੈਟਸ ਵਾਟ ਦੇ ਆਰ ਡੂਇੰਗ। ਆਪਣੇ 40 ਸਾਲ ਜਿਹੜੇ ਉਹਨਾਂ ਨੇ ਪੂਰੇ ਕੀਤੇ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਘੁੰਮਦਿਆਂ ਨੇ ਪੂਰੇ ਕੀਤੇ ਆ। ਕਿਉਂਕਿ ਜਿੱਥੇ ਵੀ ਉਹ ਟਿਕ ਕੇ 4 ਦਿਨ ਬਹਿ ਜਾਂਦੇ ਸੀਗੇ ਉੱਥੇ ਉਹ ਆਪਣਾ ਉਹੀ ਕੰਮ ਸ਼ੁਰੂ ਕਰ ਲੈਂਦੇ ਸੀਗੇ ਕਿ ਉਹਨਾਂ ਨੂੰ ਬੜਬੜਾਉਣ ਦੇ ਲਈ ਕੋਈ ਨਵਾਂ ਕੰਮ, ਨਵੀਂ ਚੀਜ਼ ਲੱਭ ਪੈਂਦੀ ਸੀ। ਔਰ ਇਸ ਕਰਕੇ ਪ੍ਰਭੂ ਨੇ ਉਹਨਾਂ ਨੂੰ ਇਹ ਪ੍ਰਭੂ ਦੀ ਦਇਆ ਸੀ। ਇੱਕ ਜਗ੍ਹਾ ਤੋਂ ਉਠਾੜ ਕੇ ਦੂਜੀ ਜਗ੍ਹਾ ਤੇ, ਦੂਜੀ ਉਠਾੜ ਕੇ ਤੀਜੀ ਤੇ ਉਹਨਾਂ ਨੂੰ ਲੈ ਕੇ ਉਹਨਾਂ ਇਲਾਕਿਆਂ ਦੇ ਵਿੱਚ ਉਹ ਘੁੰਮਦਾ ਰਿਹਾ। ਪਰ ਸਭ ਤੋਂ ਵੱਡੀ ਪ੍ਰਭੂ ਦੀ ਦਇਆ ਇਹ ਸੀ ਕਿ ਜਿੱਥੇ ਵੀ ਉਹ ਜਾਂਦੇ ਸੀ ਪ੍ਰਭੂ ਆਪ ਉਹਨਾਂ ਦੇ ਨਾਲ ਜਾਂਦਾ ਸੀ। ਸੋ ਆਓ ਅਸੀਂ ਇਸ ਚੈਪਟਰ ਨੂੰ ਖਤਮ ਕਰ ਲਈਏ ਔਰ ਫਿਰ ਅਸੀਂ ਦੁਆ ਕਰਾਂਗੇ। ਔਰ 21ਵਾਂ ਭਾਵ ਦੀ ਉਸਦੀ 21 ਆਇਤ ਤੋਂ ਲੈ ਕੇ
35 ਆਇਤ ਤੱਕ। ਕੱਲ ਦਾ ਦਿਨ ਜਿਹੜਾ ਆ ਇਸ ਗੋਇੰਗ ਟੂ ਬੀ ਰੀਅਲੀ ਅਮੇਜ਼ਿੰਗ ਡੇ। ਕੱਲ ਨੂੰ ਅਸੀਂ ਬਿਲਿਆਮ ਤੇ ਉਸਦੀ ਗਦੀ ਦੇ ਬਾਰੇ ਦੇਖਣਾ, ਔਰ ਅਸੀਂ ਦੇਖਣਾ ਕਿ ਕਿਸ ਤਰ੍ਹਾਂ ਪ੍ਰਭੂ ਕਿਸੇ ਤੋਂ ਵੀ ਕੰਮ ਲੈ ਸਕਦਾ। ਸਾਨੂੰ ਬਹੁਤੇ ਨਹੀਂ ਆਪਣੇ ਆਪ ਨੂੰ ਸਮਝਣਾ ਚਾਹੀਦਾ। ਸੋ ਆਓ ਅਸੀਂ 21 ਤੋਂ ਲੈ ਕੇ 35 ਤੱਕ। ਕਈ ਵਾਰੀ ਮੇਰੇ ਵਰਗਿਆਂ ਦੇ ਚੜ ਜਾਂਦਾ ਨਾ ਦਿਮਾਗ ਦੇ, ਮੈਂ ਬਹੁਤ ਬਣ ਗਿਆ ਹੈ, ਲੇਕਿਨ ਵੀ ਹੰਬਲ, ਪ੍ਰਭੂ ਦੇ ਅੱਗੇ ਦਿਆਲੂ ਪ੍ਰਭੂ ਦੇ ਅੱਗੇ ਉਹਦੀ ਦਇਆ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ। 21 ਆਇਤ ਤੋਂ ਲੈ ਕੇ 35 ਆਇਤ ਤੱਕ ਜਿਸ ਨੂੰ ਮੈਂ ਪੜ੍ਹਦੀ ਹਾਂ ਪਾਸਟਰ ਜੀ। ਜੀ ਮੇਰੇ ਦੋ ਰਾਜਿਆਂ ਸਿਹੋਨ ਤੇ ਓਗ ਉੱਤੇ ਜਿੱਤ। ਤਦ ਇਸਰਾਏਲੀ ਲੋਕਾਂ ਨੇ ਅਮੋਰੀ ਰਾਜਾ ਸਿਯੋਨ ਕੋਲ ਆਪਣੇ ਸੰਦੇਸ਼ ਵਾਹ ਕੇ ਕਹਿ ਕੇ ਘੱਲੇ, ਸਾਨੂੰ ਆਪਣੀਆਂ ਹੱਦਾਂ ਵਿੱਚੋਂ ਦੀ ਲੰਘ ਜਾਣ ਦਿਓ। ਅਸੀਂ ਸਿੱਧੇ ਤੁਹਾਡੀਆਂ ਸੜਕਾਂ ਤੋਂ ਦੀ ਅੱਗੇ ਲੰਘ ਜਾਵਾਂਗੇ। ਨਾ ਅਸੀਂ ਤੁਹਾਡੇ ਕਿਸੇ ਖੇਤ ਜਾਂ ਅੰਗੂਰੀ ਬਾਗ ਵਿੱਚ ਪੈਰ ਰੱਖਾਂਗੇ ਅਤੇ ਨਾ ਹੀ ਅਸੀਂ ਤੁਹਾਡੇ ਕਿਸੇ ਖੂਹ ਤੋਂ ਪਾਣੀ ਪੀਵਾਂਗੇ। ਪਰ ਰਾਜਾ ਸਿਯੋਨ ਅਤੇ ਇਜ਼ਰਾਈਲੀਆਂ ਨੇ ਇਸ ਸੰਦੇਸ਼ ਨੂੰ ਸਵੀਕਾਰ ਨਾ ਕੀਤਾ, ਸਗੋਂ ਉਸਨੇ ਆਪਣੀ ਸੈਨਾ ਇਕੱਠੀ ਕੀਤੀ ਅਤੇ ਇਜ਼ਰਾਈਲੀਆਂ ਨਾਲ ਲੜਨ ਦੇ ਲਈ ਉਜਾੜ ਵਿੱਚ ਯਹਸ ਦੇ ਥਾਂ ਤੇ ਗਿਆ ਤੇ ਉਹਨਾਂ ਨਾਲ ਲੜਿਆ। ਤਦ ਇਸਰਾਏਲੀ ਲੋਕਾਂ ਨੇ ਆਪਣੀ ਤਲਵਾਰ ਦੇ ਜ਼ੋਰ ਨਾਲ ਸਿਯੋਨ ਰਾਜਾ ਨੂੰ ਹਰਾ ਕੇ ਉਸ ਦੀ ਧਰਤੀ ਤੇ ਅਰਨੋਨ ਨਦੀ ਤੋਂ ਯਬੋਕ ਤੱਕ ਅਮੋਨੀ ਲੋਕਾਂ ਦੀਆਂ ਹੱਦਾਂ ਤੱਕ ਕਬਜ਼ਾ ਕਰ ਲਿਆ। ਅਮੋਨੀ ਲੋਕਾਂ ਦੀਆਂ ਹੱਦਾਂ ਕਾਫੀ ਮਜ਼ਬੂਤ ਸਨ। ਸੋ ਇਸ ਤਰ੍ਹਾਂ ਇਜ਼ਰਾਈਲੀ ਲੋਕਾਂ ਨੇ ਅਮੋਰੀਆ ਦੇ ਸਾਰੇ ਸ਼ਹਿਰ ਅਤੇ ਪਿੰਡ ਉਹਨਾਂ ਤੋਂ ਖੋਹ ਲਏ ਅਤੇ ਉਹਨਾਂ ਵਿੱਚ ਆਪ ਵਸ ਗਏ। ਹਸਬੋਨ ਜੋ ਅਮੋਰੀ ਰਾਜਾ ਸਿਯੋਨ ਦੀ ਰਾਜਧਾਨੀ ਸੀ, ਉਹ ਵੀ ਇਜ਼ਰਾਈਲੀਆਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਸਿਯੋਨ ਰਾਜਾ ਨੇ ਮੋਆਬ ਦੇ ਪਹਿਲੇ ਰਾਜਾ ਨਾਲ ਲੜ ਕੇ ਉਸ ਦੇ ਸਾਰੀ ਧਰਤੀ ਨੂੰ ਅਰਨੋਨ ਨਦੀ ਤੱਕ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਸੰਬੰਧ ਵਿੱਚ ਇੱਕ ਕਵੀ ਨੇ ਲਿਖਿਆ ਹੈ, ਸਿਯੋਨ ਰਾਜਾ ਦੇ ਸ਼ਹਿਰ ਹਸਬੋਨ ਵਿੱਚ ਆਓ, ਇਸ ਦੀ ਉਸਾਰੀ ਹੋਵੇ, ਇਹ ਪੱਕਾ ਕੀਤਾ ਜਾਵੇ। ਸਿਯੋਨ ਦੇ ਸ਼ਹਿਰ ਤੋਂ ਅੱਗ ਭਵਕੀ, ਹਸਬੋਨ ਤੋਂ ਉਸ ਦੀਆਂ ਲਾਟਾਂ ਉੱਠੀਆਂ। ਉਸਨੇ ਮੋਆਬ ਦੇ ਨਗਰ ਆੜ ਨੂੰ ਭਸਮ ਕਰ ਸੁੱਟਿਆ। ਅਰਨੋਨ ਦੇ ਸਾਰੇ ਸਰਦਾਰਾਂ ਨੂੰ ਉਸਨੇ ਖਤਮ ਕਰ ਦਿੱਤਾ। ਸੋਗ ਹੈ ਤੇਰੇ ਉੱਤੇ ਮੋਆਬ, ਕਮੋਸ਼ ਦੇ ਸਭ ਪੂਜਕ ਨਾਸ਼ ਹੋ ਗਏ, ਉਹਨਾਂ ਦੇ ਪੁੱਤਰ ਨੱਠ ਗਏ। ਅਮੋਰੀ ਰਾਜਾ ਸਿਯੋਨ ਨੇ ਉਹਨਾਂ ਦੀਆਂ ਧੀਆਂ ਨੂੰ ਬੰਦੀ ਬਣਾ ਲਿਆ। ਅਸਾਂ ਉਹਨਾਂ ਨੂੰ ਮਾਰਿਆ ਤਾਂ ਉਹ ਹਸ਼ਬੋਨ ਤੱਕ ਨਾਸ਼ ਹੋ ਗਏ। ਇਹ ਬਰਬਾਦੀ ਮੋਦਬਾ ਤੱਕ ਹੁੰਦੀ ਗਈ। ਸੋ ਇਸਰਾਈਲੀ ਲੋਕ ਅਮੋਰੀ ਲੋਕਾਂ ਦੀ ਧਰਤੀ ਤੇ ਵਸ ਗਏ। ਤਦ ਮੂਸਾ ਨੇ ਯਾਜੇਰ ਨਗਰ ਦਾ ਭੇਦ ਲੈਣ ਲਈ ਆਦਮੀ ਘੱਲੇ ਅਤੇ ਉਹਨਾਂ ਉਸ ਦੇ ਲਾਗੇ ਦੇ ਸਭ ਪਿੰਡਾਂ ਤੇ ਕਸਬਿਆਂ ਨੂੰ ਆਪਣੇ ਅਧਿਕਾਰ ਵਿੱਚ ਕਰ ਲਿਆ ਅਤੇ ਉੱਥੋਂ ਦੇ ਨਿਵਾਸੀਆਂ ਅਮੋਰੀਆਂ ਨੂੰ ਉੱਥੋਂ ਕੱਢ ਦਿੱਤਾ। ਫਿਰ ਉਹ ਦੂਜੇ ਰਾਹ ਥਾਣੀ ਹੋ ਕੇ ਬਸ਼ਾਨ ਦੇ ਇਲਾਕੇ ਵੱਲ ਗਏ। ਬਸ਼ਾਨ ਦੇ ਰਾਜੇ ਓਗ ਅਤੇ ਉਸਦੀ ਸਾਰੀ ਸੈਨਾ ਇਜ਼ਰਾਈਲੀਆਂ ਦੇ ਨਾਲ ਲੜਨ ਦੇ ਲਈ ਨਿਕਲੀ। ਉਹ ਉਹਨਾਂ ਦੇ ਨਾਲ ਅਦਰਈ ਦੀ ਥਾਂ ਤੇ ਲੜੇ। ਪਰ ਪ੍ਰਭੂ ਨੇ ਮੂਸਾ ਨੂੰ ਕਿਹਾ, ਤੁਸੀਂ ਡਰੋ ਨਾ, ਮੈਂ ਓਗ ਰਾਜਾ ਦੇ ਸਾਰੇ ਲੋਕਾਂ ਨੂੰ ਉਹਨਾਂ ਦੀ ਧਰਤੀ ਸਮੇਤ ਤੁਹਾਡੇ ਹੱਥੀਂ ਸੌਂਪ ਦਿੱਤਾ ਹੈ। ਤੁਸੀਂ ਰਾਜਾ ਓਗ ਨਾਲ ਵੀ ਅਮੋਰੀ ਸਿਯੋਨ ਰਾਜਾ ਵਾਲਾ ਵਰਤਾਓ ਕਰਨਾ, ਜੋ ਹਸ਼ਬੋਨ ਵਿੱਚ ਰਹਿੰਦਾ ਸੀ। ਇਸ ਲਈ ਇਜ਼ਰਾਈਲੀਆਂ ਨੇ ਰਾਜਾ ਓਗ, ਉਸ ਦੇ ਸਭ ਪੁੱਤਰਾਂ ਅਤੇ ਲੋਕਾਂ ਨੂੰ ਮਾਰ ਦਿੱਤਾ ਅਤੇ ਉਹਨਾਂ ਦੀ ਧਰਤੀ ਤੇ ਆਪ ਕਬਜ਼ਾ ਕਰ ਲਿਆ। ਧਰਤੀ ਤੇ ਆਪ ਕਬਜ਼ਾ ਕਰ ਲਿਆ। ਸੋ ਹੁਣ ਜਰਦਨ ਦਰਿਆ ਦੇ ਇਧਰਲੇ ਪਾਸੇ ਕਬਜ਼ੇ ਹੋਣੇ ਸ਼ੁਰੂ ਹੋ ਗਏ, ਲੇਕਿਨ ਇਹ ਵਾਅਦੇ ਦੀ ਧਰਤੀ ਨੇ। ਇਸ ਚੀਜ਼ ਨੂੰ ਯਾਦ ਰੱਖਣਾ, ਇਹ ਵਾਅਦੇ ਦੀ ਧਰਤੀ ਨਹੀਂ, ਇਹ ਐਕਸਟਰਾ ਧਰਤੀ ਹੈ ਜਿਹੜੀ ਪ੍ਰਭੂ ਨੇ ਇਹਨਾਂ ਨੂੰ ਦਿੱਤੀ। ਇਹ ਐਕਸਟਰਾ ਧਰਤੀ ਪ੍ਰਭੂ ਨੇ ਇਹਨਾਂ ਨੂੰ ਦਿੱਤੀ ਆ। ਇਹ ਉਹ ਧਰਤੀ ਆ ਜਿਹੜੇ ਉਧਰਲੇ ਪਾਸਿਓਂ ਜਿਹੜੇ ਤਕੜੇ ਰਾਜੇ ਆ, ਜਿਹੜੇ ਉੱਠ ਕੇ ਆਏ ਆ, ਜਿਨ੍ਹਾਂ ਨੇ ਆ ਕੇ ਜਰਦਨ ਦੇ ਦਰਿਆ ਦੇ ਇਧਰਲੇ ਪਾਸੇ ਸੀਰੀਆ ਦੇ ਵਿੱਚ ਔਰ ਅੱਜ ਦੇ ਜਰਦਨ ਦੇ ਵਿੱਚ ਜਿਨ੍ਹਾਂ ਨੇ ਕਬਜ਼ੇ ਕੀਤੇ ਉਸ। ਸੋ ਇਹ ਜਿਹੜੇ ਇਲਾਕੇ ਆ, ਇਹ ਸਾਰੇ ਦੇ ਸਾਰੇ ਇਲਾਕਿਆਂ ਤੇ ਇਹਨਾਂ ਨੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਔਰ ਹੁਣ ਇਹਨਾਂ ਨੇ ਉੱਥੇ ਇਹ ਰਹਿ ਰਹੇ ਆ। ਇਹਨਾਂ ਨੇ ਉੱਥੇ ਲਾਗੇ ਦੇ ਜਿਹੜੇ ਪਿੰਡ ਆ ਉਹਨਾਂ ਦੇ ਉੱਤੇ ਆਪਣਾ ਅਖਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਪ੍ਰਭੂ ਨੇ ਆਲਰੇਡੀ ਇਹਨਾਂ ਨੂੰ ਜਿੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸੋ ਹੁਣ ਅੱਗੇ ਅਸੀਂ ਜਿਹੜਾ ਦੇਖਣਾ ਹੈਗਾ ਕਿ ਅਸੀਂ ਇਹ ਦੇਖਣਾ ਕਿ ਹੁਣ ਜਿਹੜੇ ਉੱਥੇ ਦੇ ਰਾਜੇ ਆ ਉਹਨਾਂ ਦੇ ਅੰਦਰ ਇੱਕ ਡਰ ਦੇਖਣਾ, ਉਹਨਾਂ ਦੇ ਅੰਦਰ ਇੱਕ ਡਰ ਦੇਖਣਾ। ਲੇਕਿਨ ਅਸੀਂ ਇਸ ਦੇ ਨਾਲ ਪ੍ਰਭੂ ਦੇ ਲੋਕਾਂ ਨੂੰ, ਕਿਉਂਕਿ ਉਹਨਾਂ ਨੇ ਸੋਚਣਾ ਕਿ ਅਸੀਂ ਤਾਂ ਹੁਣ ਇੱਥੇ ਰਹਿੰਦੇ ਹਾਂ, ਅਸੀਂ ਤਾਂ ਹੁਣ ਇੱਥੋਂ ਵਸ ਗਏ ਹਾਂ, ਸਾਨੂੰ ਤਾਂ ਹੁਣ ਜ਼ਮੀਨਾਂ ਮਿਲ ਗਈਆਂ, ਅਸੀਂ ਇਹਨਾਂ ਨੂੰ ਪਾਪ ਦੇ ਵਿੱਚ ਔਰ ਪ੍ਰਭੂ ਨੇ ਜੋ ਇਹਨਾਂ ਨੂੰ ਕਿਹਾ ਸੀ, ਇਹਨਾਂ ਨੇ ਉਹ ਜਿਹੜੇ ਹੁਕਮ ਆ ਉਹ ਹੁਣ ਤੋਂ ਹੀ ਤੋੜਨੇ ਸ਼ੁਰੂ ਕਰ ਦਿੱਤੇ, ਕਿਉਂਕਿ ਉਹ ਥੋੜੇ ਜਿਹੇ ਜਿਹੜੇ ਕੋਕੜੂ ਆ ਉਹ ਹਾਲੇ ਜਿਉਂਦੇ ਉਹਨਾਂ ਦੇ ਵਿੱਚ ਆ। ਸੋ ਉਹਨਾਂ ਨੇ ਆਪਣੇ ਉਹ ਪੁਰਾਣੇ ਕੰਮ ਸ਼ੁਰੂ ਕਰ ਦੇਣੇ ਆ। ਸੋ
ਪ੍ਰਭੂ ਦਾ ਸ਼ੁਕਰ ਕਰਦੇ ਹਾਂ ਅੱਜ ਦੇ ਇਸ